ਗੱਲ ਪੰਜਾਬ ਦੇ ਉਡਾਰੀ ਦੀ ਹੋਣੀ ਚਾਹੀਦੀ ਹੈ, ਗੱਲ ਪੰਜਾਬ ਦੀ ਉਡਾਨ ਦੀ ਹੋਣੀ ਚਾਹੀਦੀ ਹੈ, ਪਰ ਇੱਥੇ ਸਿਆਸਤਦਾਨ ਆਪਦੇ ਚੋਪਰਾਂ ਦੀ ਉਡਾਨ ਦੀ ਗੱਲ ਕਰਦੇ ਪਏ ਆ। ਪੰਜਾਬੀ 'ਚ ਚੋਪਰਾਂ ਕਹਿ ਦਿੰਦੇ ਆ, ਵੈਸੇ ਤੁਸੀਂ ਚੋਪਰ ਕਹੋਗੇ, ਅੰਗਰੇਜ਼ੀ ਦੇ ਵਿੱਚ ਹੈਲੀਕਾਪਟਰ ਕਹੋਗੇ, ਜਹਾਜ਼ ਕਹੋਗੇ, ਪਤਾ ਨਹੀਂ ਕੀ ਕੁਛ ਤੁਸੀਂ ਕਹਿ ਦੋਗੇ, ਪਰ ਪੰਜਾਬ ਦੀ ਉਡਾਨ ਹੈ ਜਿਹੜੀ ਉਹ ਕਿਵੇਂ ਹੋਏਗੀ। ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਜਸਟ ਟੀਵੀ ਦੇਖ ਰਹੇ ਹੋ ਤੁਸੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਆਏ ਤੇ ਉੱਥੇ ਵੀ ਉਹਨਾਂ ਨੇ ਸੁਰੱਖਿਆ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਿਆ। ਜਦੋਂ ਘੇਰਿਆ ਤੇ ਨਾਲ ਪੁਰਾਣੀ ਇੱਕ ਗੱਲ ਵੀ ਸੁਣਾ ਦਿੱਤੀ, ਪਠਾਨਕੋਟ ਵਾਲੀ। ਜਦੋਂ ਪਠਾਨਕੋਟ ਵਾਲੀ ਗੱਲ ਸੁਣਾਈ ਤਾਂ ਉਦੋਂ ਇਹ ਦੱਸਿਆ ਕਿ ਰਾਹੁਲ ਗਾਂਧੀ ਦੀ ਵਜ੍ਹਾ ਕਰਕੇ ਉਹਨਾਂ ਦੇ ਚੋਪਰ ਨੂੰ ਉਡਾਨ ਨਹੀਂ ਭਰਨ ਦਿੱਤੇਗੀ। ਇੱਧਰ ਮੁੱਖ ਮੰਤਰੀ ਚੰਨੀ ਦਾ ਚੋਪਰ 2 ਵਾਰੀ ਰੋਕ ਦਿੱਤਾ ਗਿਆ ਤੇ ਮਿਸਟਰ ਚੰਨੀ ਕਹਿੰਦੇ ਮੈਂ ਅੱਤਵਾਦੀ ਥੋੜ੍ਹੀ ਹੈਗਾ, ਟੈਰਰਿਸਟ ਥੋੜ੍ਹੀ ਹੈਗਾ, ਮੈਂ ਆਪਦੇ ਸੂਬੇ ਵਿੱਚ ਵੀ ਨਹੀਂ ਉੱਡ ਸਕਦਾ ਕਾ। ਤੇ BJP ਹਮਲਾਵਰ ਹੋ ਗਈ। BJP ਕਹਿੰਦੀ ਹੈ ਪ੍ਰਧਾਨ ਮੰਤਰੀ ਸੁਰੱਖਿਆ ਦੇ ਮੱਦੇਨਜ਼ਰ ਨੋ ਫਲਾਈ ਜ਼ੋਨ ਦੇ ਤਹਿਤ ਜਿੱਥੇ PM ਦਾ ਰੂਟ ਹੈ ਉੱਥੇ CM ਦਾ ਚੋਪਰ ਉਡਾਨ ਨਹੀਂ ਭਰ ਸਕਦਾਗਾ। ਇਸ ਤਰਕ ਦੇ ਵਿੱਚ ਕੀ ਕੁਛ ਹੈਗਾ, ਇਸ ਚੋਪਰ ਵਾਲਾ ਚੱਕਰ ਵੀ ਉਹ ਕੀ ਹੈਗਾ, ਇਸ ਨੂੰ ਸਮਝ ਜ਼ਰੂਰਤ ਹੈ ਕੀ ਹੈ, ਕਿਉਂਕਿ ਇਹਦਾ ਕਨੈਕਸ਼ਨ ਫਿਰੋਜ਼ਪੁਰ ਰੈਲੀ ਨਾਲ ਤਾਂ ਨਹੀਂ ਜੁੜਦਾ ਗਾ। ਬਹੁਤ ਸਾਰੇ ਸਵਾਲ ਹੋਣਗੇ, ਪਰ ਸਾਡਾ ਸਵਾਲ ਇਹ ਹੋਵੇਗਾ ਕਿਸ ਦੇ ਹੱਥਾਂ 'ਚ ਪੰਜਾਬ ਭਰੇਗਾ ਉਡਾਨ। ਪਹਿਲਾਂ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨੇ ਕੀ ਕਿਹਾ ਉਹ ਵੀ ਸੁਣ ਲਈਏ, ਮੁੱਖ ਮੰਤਰੀ ਚੰਨੀ ਕੀ ਕਹਿ ਰਹੇ ਉਹ ਵੀ सुन लिए। आज मेरी इच्छा थी कि इस कार्यक्रम के बाद देवी जी के चरणों में जाकर के नमन करूं, देवी जी का आशीर्वाद लूं, लेकिन यहां के प्रशासन ने, यहां की पुलिस ने हाथ ऊपर कर दिया। उन्होंने कहा हम व्यवस्था नहीं कर पाएंगे, आप हेलीकॉप्टर से ही चले जाइए। अब ये हाल है सरकार का यहां। मैं मां के पास दोबारा जरूर आऊंगा, मां के चरणों में सर झुका के रहूंगा। और मैं चुनाव अभियान के लिए पूरे देश में दौड़ रहा था, राज्य के मुख्यमंत्री के नाते वहां का काम भी करता था। एक दिन हुआ ऐसा कि मुझे पठानकोट आना था और पठानकोट से हेलीकॉप्टर लेके मुझे हिमाचल के दौरे पर जाना था। आप हैरान हो जाएंगे, कांग्रेस के नामदार, उनके युवराज, वो सिंपली एक पार्टी के MP थे और कुछ नहीं थे। उस दिन उनका भी अमृतसर के आसपास कहीं कोई कार्यक्रम था। मेरे हवाई जहाज को उड़ने नहीं दिया गया। मुझे पठानकोट पहुंचने में 1-1.5 घंटा देरी हुई। जब पठानकोट पहुंचा तो मेरे हेलीकॉप्टर को नहीं उड़ने दिया। क्यों? क्योंकि उनके युवराज पंजाब के किसी दूसरे कोने में आने वाले थे, इसलिए मुझे हवाई यात्रा करने से रोक दिया गया था। ऐसा मैं तो 11 बजे उड़ना सी, एक मिनट नीचे रखो माइक, चौपर भी जाके बैठ गया। अभी थोड़ा नीचे ਤੇ ਅਚਾਨਕ ਚੌਪਰ ਵਾਲਾ ਕਹਿੰਦਾ ਜੀ ਪਰਮਿਸ਼ਨ ਕੈਂਸਲ ਹੋ ਗਈ ਔਰ ਨਹੀਂ ਮਿਲ ਰਹੀ ਆਪਾਂ ਨੂੰ ਪਰਮਿਸ਼ਨ, ਤੁਸੀਂ ਨਹੀਂ ਜਾ ਸਕਦੇ। ਤਾਂ ਮੈਂ ਹੁਣ ਮੇਰੇ 4 ਘੰਟੇ ਖਰਾਬ ਹੋ ਗਏ ਤੇ ਮੈਂ ਰਾਹੁਲ ਗਾਂਧੀ ਜੀ ਦੀ ਰੈਲੀ ਦੇ ਵਿੱਚ ਨਹੀਂ ਜਾ ਸਕਿਆ, ਇਸ ਕਰਕੇ ਕਿ ਇਹਨਾਂ ਨੇ ਕਲੀਅਰੈਂਸ ਨਹੀਂ ਦਿੱਤੀ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ ਕਿ ਚੋਣਾਂ ਤੋਂ 5 ਦਿਨ ਪਹਿਲਾਂ ਸੁਰੱਖਿਆ ਦੇ ਮੁੱਦੇ ਤੇ ਪੰਜਾਬ 'ਚ ਕਿਹੜੀ ਪੋਲਿਟਿਕਸ ਦੀ ਐਂਟਰੀ ਹੋਈ ਹੈ। ਇਸੇ ਸਵਾਲ ਤੇ ਬਹਿਸ ਹੋ ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਾਰਫ ਕਰਾਉਣੇ ਆ, ਉਸ ਵਾਰ ਡਿਬੇਟ ਸ਼ੁਰੂ ਕਰਾਂਗੇ। ਲੋਕੇਸ਼ ਨਾਰੰਗ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਆ, ਵਕੀਲ ਨੇ। ਲੋਕੇਸ਼ ਨਾਰੰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕੋਮਲ ਗਰਨੂਰ ਸਿੰਘ ਕਾਂਗਰਸ ਸਪੋਕਸਪਰਸਨ ਹੈ। ਕੋਮਲ ਗਰਨੂਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ, ਪਹਿਲੀ ਵੀ ਸਾਡਾ ਬੈਠ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਕਰਨੈਲ ਸਿੰਘ ਪੀਰ ਮੁਹੰਮਦ, ਸਤਿ ਸ਼੍ਰੀ ਅਕਾਲ ਜੀ। ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆ। ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮੇਜਰ RPS ਮਲਹੋਤਰਾ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਮੇਜਰ ਮਲਹੋਤਰਾ ਤੁਹਾਡਾ ਬਹੁਤ ਸਵਾਗਤ ਹੈ। ਲੋਕੇਸ਼ ਨਾਰੰਗ ਸਾਹਿਬ, ਪੰਜਾਬ ਨੂੰ ਸੁਰੱਖਿਆ ਦੇ ਮੁੱਦੇ ਤੇ ਹੁਣ ਸਿਆਸਤ ਵੱਲ ਲੈ ਕੇ ਜਾਣਾ, ਪੰਜਾਬ ਦੀ ਉਡਾਨ ਦੀ ਗੱਲ ਕਰਨੀ ਸੀ ਸਰ ਅਸੀਂ, ਤੁਸੀਂ ਤਾਂ ਸਰ ਆਪਦੇ ਚੋਪਰ ਲੈ ਕੇ ਬਹਿ ਗਏ, ਪ੍ਰਧਾਨ ਮੰਤਰੀ ਸਾਹਿਬ ਵੀ ਤੇ ਉਦੋਂ ਮੁੱਖ ਮੰਤਰੀ ਸਾਹਿਬ ਵੀ। ਦੇਖੋ, ਜਿਹੜੀ ਆਪਣਾ ਸਿਆਸਤ ਦੀ ਗੱਲ ਹੈ ਇਹ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਆ। ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ, ਉਹਨਾਂ ਦਾ 3 ਦਿਨ ਪਹਿਲਾਂ ਇੱਕ ਬਿਆਨ ਆ ਗਿਆ ਸੀਗਾ ਕਿ ਜੇ ਪ੍ਰਧਾਨ ਮੰਤਰੀ ਪੰਜਾਬ 'ਚ ਆਉਣਗੇ ਤਾਂ ਅਸੀਂ ਉਹਨਾਂ ਨੂੰ ਰੋਡ ਤੋਂ ਕੰਪੇਨ ਨਹੀਂ ਕਰਨ ਦੇਵਾਂਗੇ, ਜਾਂ ਅਸੀਂ ਉਹਨਾਂ ਨੂੰ ਐਡਵਾਈਜ਼ ਕਰਦੇ ਹਾਂ ਕਿ ਬਾਈ ਰੋਡ ਟਰੈਵਲ ਹੀ ਨਾ ਕਰਨ। ਦੱਸੋ ਕਿਹੜਾ ਐਸੇ ਆਪਾਂ ਡੈਮੋਕ੍ਰੈਟਿਕ ਸਿਸਟਮ 'ਚ ਰਹਿ ਰਹੇ ਹਾਂ ਕਿ ਇੱਕ ਪ੍ਰਧਾਨ ਮੰਤਰੀ PAP ਚੌਂਕ ਦੇ ਵਿੱਚ ਰੈਲੀ ਕਰਨ ਲਈ ਆਉਂਦੇ ਨੇ
ਉੱਥੋਂ 5 ਕਿਲੋਮੀਟਰ ਦੂਰ ਤੇ ਸ਼੍ਰੀ ਦੇਵੀ ਤਲਾਬ ਜੀ ਦਾ ਮੰਦਿਰ ਆ, ਜਿੱਥੇ ਉਹਨਾਂ ਦੀ ਜਾਣ ਦੀ ਇੱਛਾ ਸੀ, ਪਰ ਪੰਜਾਬ ਸਰਕਾਰ ਨੇ ਕਿਉਂਕਿ ਪਹਿਲਾਂ ਹੀ ਸੋਚਿਆ ਹੋਇਆ ਸੀਗਾ ਕਿ ਅਸੀਂ ਉਹਨਾਂ ਨੂੰ ਬਾਈ ਰੋਡ ਟਰੈਵਲ ਨਹੀਂ ਕਰਨ ਦੇਣਾ, ਤਾਂ ਉਹਨਾਂ ਦੇ ਅੱਗੇ ਹੱਥ ਖੜੇ ਕਰ ਦਿੱਤੇ ਕਿ ਅਸੀਂ ਅਰੇਂਜਮੈਂਟ ਨਹੀਂ ਕਰ ਸਕਦੇ। ਲੋਕੇਸ਼ ਜੀ ਇਹ ਮੰਦਿਰ ਜਾਣ ਵਾਲਾ ਪ੍ਰੋਗਰਾਮ ਸਰ ਕਦੋਂ ਬਣਿਆ ਸੀ? ਸਰ ਪ੍ਰਧਾਨ ਮੰਤਰੀ ਜੀ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ। ਨਹੀਂ, ਉਹਨਾਂ ਨੇ ਤਾਂ ਕਿਹਾ ਸਰ ਬਣਿਆ ਕਦੋਂ ਸੀ ਪ੍ਰੋਗਰਾਮ? ਮੌਕੇ ਤੇ ਬਣ ਗਿਆ ਜਾਂ ਇਸ ਤੋਂ ਪਹਿਲਾਂ ਦੱਸਿਆ ਗਿਆ ਸੀਗਾ? ਜਦੋਂ ਪਹਿਲਾਂ ਬਣਿਆ ਸੀ, ਉਹਨਾਂ ਦੀ ਜਿਹੜੀ ਐਨਐਸਜੀ ਸਿਕਿਉਰਿਟੀ ਆ, ਉਹਨਾਂ ਨੇ ਕੋਆਰਡੀਨੇਟ ਕੀਤਾ ਔਰ ਉਹਨਾਂ ਨੇ ਮਨਾ ਕਰ ਦਿੱਤਾ। ਤੁਸੀਂ ਇੱਕ ਚੀਜ਼ ਨੂੰ ਸਮਝੋ ਕਿ ਆਪਾਂ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇੱਕ ਚੁਣਾਵ ਹੋ ਰਿਹਾ, ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦੇ। ਕਾਂਗਰਸ ਸਰਕਾਰ ਐਸੀ ਹਰਕਤਾਂ ਤੇ ਆ ਗਈ ਆ ਕਿ ਵੀ ਰੂਟ ਨਹੀਂ ਬਣਾ ਕੇ ਦੇਵਾਂਗੇ। ਹੁਣ ਦੂਸਰੀ ਗੱਲ, ਤੁਹਾਡੇ ਇਸ ਚੈਨਲ ਤੇ ਮੈਂ ਚੰਨੀ ਸਾਹਿਬ ਦਾ ਬਿਆਨ ਸੁਣ ਰਿਹਾ ਸੀਗਾ, ਜਦੋਂ ਪੀਐਮ ਦੀ ਸਿਕਿਉਰਿਟੀ ਆ ਜਾਂਦੀ ਆ, ਪੀਐਮ ਦੀ ਸਿਕਿਉਰਿਟੀ ਸਾਰਾ ਆਪਣਾ ਟੇਕ ਓਵਰ ਕਰ ਲੈਂਦੀ, ਉਹ ਥੋੜੀ ਦੇਰ ਲਈ ਨੋ ਫਲਾਈਓਵਰ ਜ਼ੋਨ ਰਹਿੰਦਾ ਆ, ਉਹਦੇ ਵਿੱਚ ਤਾਂ ਹੋਮ ਮਿਨਿਸਟਰ ਵੀ ਨਹੀਂ ਉੜ ਸਕਦੇ, ਤੇ ਫਿਰ ਇੱਕ ਸਟੇਟ ਦੇ ਮੁੱਖ ਮੰਤਰੀ ਨੇ, ਤੇ ਉਹਨਾਂ ਨੂੰ ਜਦ ਪਤਾ ਸੀਗਾ ਕਿ ਪ੍ਰਧਾਨ ਮੰਤਰੀ ਜੀ ਦਾ ਦੌਰਾ ਹੈਗਾ ਆ, ਉਹਨਾਂ ਦੇ ਪਹਿਲਾ ਪ੍ਰੋਗਰਾਮ ਨੇ, ਜੇ ਉਹਨਾਂ ਨੇ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਜਾਣਾ ਸੀਗਾ ਤਾਂ ਉਹਨੂੰ ਉਹ ਪਹਿਲਾਂ ਚਲੇ ਜਾਂਦੇ। ਚੰਨੀ ਜੀ ਨੂੰ ਤਾਂ ਸਿਰਫ ਇੱਕੋ ਹੀ ਕੰਮ ਆਉਂਦਾ ਵੀ ਕੋਈ ਵੀ ਗੱਲ ਹੋਵੇ ਆਪਣਾ ਰੌਲਾ ਪਾ ਕੇ ਰਾਜਨੀਤੀ ਕਰੀ ਜਾਓ, ਮੈਨੂੰ ਆਹ ਨਹੀਂ ਕਰਨ ਦਿੱਤਾ, ਮੈਨੂੰ 4.5 ਸਾਲ ਕਾਂਗਰਸ ਦੀ ਸਰਕਾਰ ਰਹੀ, ਉਹਦੀ ਨਾਕਾਮੀਆਂ ਉਹ ਆਪਣੇ ਸਿਰ ਨਹੀਂ ਲੈਂਦੇ। ਉਹ ਕਹਿੰਦੇ ਮੈਂ 111 ਦਿਨ ਚ ਕਮਾਲ ਕਰ ਦਿੱਤਾ, ਔਰ ਜੋ ਉਹਨਾਂ ਨੇ 111 ਦਿਨ ਦੇ ਵਿੱਚ ਕਮਾਲ ਕੀਤਾ ਉਹ ਤਾਂ ਪੰਜਾਬ ਦਾ ਬੱਚਾ ਦੇਖ ਰਿਹਾ। ਉਹ ਪੰਜਾਬ ਦਾ ਕੋਈ ਵੀ ਆਮ ਨਾਗਰਿਕ ਇਹ ਨਹੀਂ ਚਾਹੇਗਾ ਕਿ ਉਹ 111 ਦਿਨ ਦਾ ਮਜਮਾ ਦੁਬਾਰਾ ਦੇਖੇ। ਠੀਕ ਹੈ ਲੋਕੇਸ਼ ਜੀ। ਕੋਮਲ ਕਰਨੂਰ ਸਿੰਘ, ਤੁਹਾਨੂੰ ਪਤਾ ਨਹੀਂ ਸੀਗਾ ਕਿ ਪ੍ਰਧਾਨ ਮੰਤਰੀ ਇੱਥੇ ਆਏ ਹੋਏ ਆ ਤੇ ਤੁਹਾਡਾ ਚੋਪਰ ਨਹੀਂ ਉੱਡ ਸਕਦਾਗਾ? ਬੀਜੇਪੀ ਕਹਿੰਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ, ਸਟੇਟ ਦੇ ਮੁੱਖ ਮੰਤਰੀ ਨੂੰ ਨਹੀਂ ਪਤਾ, ਤੇ ਫਿਰ ਪਤਾ ਕਿਹਨੂੰ ਹੈ? ਕੋਮਲ ਕਰਨੂਰ ਸਿੰਘ, ਦੇਖੋ ਜੀ, ਜਿਹੜਾ ਕਿ ਚੰਨੀ ਸਾਹਿਬ ਨੇ ਆਲਰੇਡੀ ਬਿਆਨ ਦੇ ਦਿੱਤਾ ਕਿ ਉਹਨਾਂ ਨੇ ਕਲੀਅਰੈਂਸ ਲਈ ਹੋਈ ਸੀ, ਉਹਨਾਂ ਨੂੰ ਇਜਾਜ਼ਤ ਮਿਲੀ ਹੋਈ ਸੀ, ਪਰ ਔਨ ਦੇ ਸਪੌਟ ਪਤਾ ਨਹੀਂ ਕਿਹੜੇ ਕਾਰਨ ਬਣ ਗਏ ਕਿ ਚੰਨੀ ਸਾਹਿਬ ਦਾ ਚੋਪਰ ਉਡਾਇਆ ਨਹੀਂ ਗਿਆ। ਹੁਣ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਸਿਕਿਉਰਿਟੀ, ਬ੍ਰੀਚ ਆਫ ਸਿਕਿਉਰਿਟੀ ਦੀ, ਇਹਨਾਂ ਨੂੰ ਇੱਕ ਪਹਿਲੇ ਇਹ ਸਵਾਲ ਪੁੱਛਣਾ ਚਾਹੁੰਦਾ, ਜਿਹੜਾ ਕਿ 22 ਸਤੰਬਰ 2017 ਮੋਦੀ ਜੀ ਵਾਰਾਣਸੀ ਵਿਜ਼ਿਟ ਕਰਦੇ ਨੇ, ਉੱਥੇ ਕੁੜੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ, ਉਦੋਂ ਕਿਉਂ ਨਹੀਂ ਮੋਦੀ ਜੀ ਨੇ ਐਲੀਗੇਸ਼ਨ ਲਾਇਆ ਕਿ देयर इज अ ब्रीच ऑफ ਸਿਕਿਉਰਿਟੀ? ਉਦੋਂ ਕਿਉਂ ਨਹੀਂ ਲਾਉਂਦੇ? ਜੋ ਪੰਜਾਬ ਦੇ ਵਿੱਚ ਥੋੜੇ ਦਿਨ ਪਹਿਲਾਂ ਹੋਇਆ, ਸਾਰੇ ਵਰਲਡ ਨੇ ਦੇਖਿਆ। ਲੋਕੇਸ਼ ਸੁਣ ਲਿਆ ਆਪਾਂ, ਤੁਹਾਡੇ ਕੋਲ ਆ ਜਾਊਗਾ ਸਰ। ਨਾਰੰਗ ਸਾਹਿਬ, ਲੈਟ ਮੀ ਕੰਪਲੀਟ ਫਸਟ, ਤੁਸੀਂ ਉਸ ਤੋਂ ਬਾਅਦ ਬੋਲਿਓ। ਫਿਰ 15 ਸਤੰਬਰ 2018 ਦਿੱਲੀ ਵਿਜ਼ਿਟ ਕਰਦੇ ਆ ਮੋਦੀ ਸਾਹਿਬ, ਤੇ ਉੱਥੇ ਵੀ ਉਹਨਾਂ ਦੀ ਜਿਹੜੀ ਬ੍ਰੀਚ ਆਫ ਸਿਕਿਉਰਿਟੀ ਹੁੰਦੀ ਆ। ਆਪਾਂ ਜ਼ਿਆਦਾ ਪਿੱਛੇ ਨਹੀਂ ਚਲੇ ਗਏ ਕੋਮਲ ਕਰਨੂਰ ਸਿੰਘ, ਜ਼ਿਆਦਾ ਪਿੱਛੇ ਨਹੀਂ ਚਲੇ ਗਏ ਆਪਾਂ। ਫਿਰ ਪ੍ਰਧਾਨ ਮੰਤਰੀ ਸਾਹਿਬ ਪਠਾਨਕੋਟ ਦੀ ਗੱਲ ਕਰੀ ਜਾਂਦੇ ਆ। ਮੈਂ ਕੇਪੀ ਸਿੰਘ ਜੀ, ਆਪਾਂ ਨਾ ਇੱਕ ਇਹਨਾਂ ਦਾ ਜਿਹੜਾ ਪ੍ਰੋਪੇਗੈਂਡਾ ਇਹ ਚਲਾ ਰਿਹਾ ਨਾ, ਉਸ ਚੀਜ਼ ਨੂੰ ਪਰਦਾਫਾਸ਼ ਕਰ ਰਿਹਾ। ਪਹਿਲੇ ਮੈਨੂੰ ਗੱਲ ਤਾਂ ਪੂਰੀ ਰੱਖ ਲੈਣ ਦਿਓ ਨਾ। ਸਿਰਫ ਪੰਜਾਬ ਨੂੰ ਇੱਕੋ ਟਾਰਗੇਟ ਕੀਤਾ ਜਾ ਰਿਹਾ ਨੈਸ਼ਨਲ ਸਿਕਿਉਰਿਟੀ ਤੇ, ਜਦੋਂ ਬਾਕੀ ਸੂਬਿਆਂ ਚ ਇਹਨਾਂ ਦੀ ਬ੍ਰੀਚ ਆਫ ਸਿਕਿਉਰਿਟੀ ਹੁੰਦੀ ਹੈ, ਜੋ ਦਾਅਵਾ ਕਰਦੇ ਆ, ਉਦੋਂ ਕਿਉਂ ਨਹੀਂ ਐਲੀਗੇਸ਼ਨ ਆਉਂਦੇ? ਏਦਾਂ ਹੀ ਯੂਪੀ ਦੇ ਵਿੱਚ ਇਹਨਾਂ ਦਾ ਕੌਨਵੋ ਅੱਧਾ ਘੰਟਾ ਲੇਟ ਹੋ ਗਿਆ ਸੀ, ਉਦੋਂ ਕਿਉਂ ਨਹੀਂ ਇਹਨਾਂ ਨੇ ਯੋਗੀ ਆਦਿੱਤਿਆਨਾਥ ਤੇ ਐਲੀਗੇਸ਼ਨ ਲਾਇਆ ਕਿ ਫੇਲ ਮੁੱਖ ਮੰਤਰੀ ਹੈ? ਇਹ ਸਿਰਫ ਪੰਜਾਬ ਨੂੰ ਟਾਰਗੇਟ ਕਰਨ ਦੀਆਂ ਚਾਲਾਂ ਚੱਲ ਰਹੀ ਹੈ। ਤੇ ਇਹ ਚੀਜ਼ ਅਸੀਂ ਇੱਥੇ ਜਿਹੜੇ ਪੰਜਾਬੀ ਨੇ ਨਾ, ਇੱਕ ਚੀਜ਼ ਸਮਝਦੇ ਆ ਬੇਸਿਕਲੀ ਸਰ, ਇਹਦੀ ਪਾਰਟੀ ਦੀਆਂ ਨਾ ਇੱਥੇ ਪੈਰ ਹੀ ਨਹੀਂ ਲੱਗ ਰਹੇ ਪੰਜਾਬ 'ਚ। ਨਹੀਂ ਹੁਣ ਫਿਰ ਇਹ ਵੀ ਦੱਸੋ ਨਾ, ਜੇ ਚਾਲਾਂ ਚੱਲਦੇ ਪਏ ਕੋਮਲ ਕਰਨੂਰ, ਤੁਸੀਂ ਕਹਿ ਰਹੇ ਹੋ ਚਾਲਾਂ ਚੱਲਦੇ ਪਏ ਆ, ਫਿਰ ਮੁੱਖ ਮੰਤਰੀ ਦਾ ਚੋਪਰ ਕਿਉਂ ਨਹੀਂ ਉੱਡਿਆਗਾ? ਉਹਦੀ ਕੀ ਵਜ੍ਹਾ ਮੰਨਦੇ ਹੋ ਤੁਸੀਂ? ਇਹ ਸੈਂਟਰਲ ਏਜੰਸੀ ਨੂੰ ਪੁੱਛੋ ਨਾ, ਆਈਬੀ ਨੂੰ ਪੁੱਛੋ, ਕਿਉਂ ਨਹੀਂ ਉਹਨਾਂ ਨੇ ਔਨ ਦ ਸਪੌਟ ਉੱਥੇ ਮਨਾ ਕਰਤਾ? ਕਿਉਂਕਿ ਜੇ ਪਹਿਲੇ ਚੰਨੀ ਸਾਹਿਬ ਨੇ ਕਲੀਅਰੈਂਸ ਲਈ ਹੋਈ ਸੀ, ਮੌਕੇ ਤੇ ਕਿਉਂ ਮਨਾ ਕੀਤਾ ਗਿਆ, ਕਿਉਂ ਡਿਲੇ ਕੀਤਾ ਗਿਆ? ਇਹ ਤਾਂ ਕੇਂਦਰ ਜ਼ਿੰਮੇਵਾਰ ਹੈ ਨਾ, ਇਹ ਜਵਾਬਦੇਹੀ ਬੰਦੇ ਆ, ਕਿਉਂ ਨਹੀਂ ਇਹਨਾਂ ਨੇ ਪਰਮਿਸ਼ਨ ਦਿੱਤੀ? ਚਲੋ ਮੈਂ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ, ਆਮ ਆਦਮੀ ਪਾਰਟੀ ਕੋਲ ਵੀ ਜਾਵਾਂਗੇ ਤੇ ਅਕਾਲੀ ਦਲ ਕੋਲ ਵੀ ਜਾਵਾਂਗੇ। ਕਿਸ ਦੇ ਹੱਥਾਂ 'ਚ ਪੰਜਾਬ ਭਰੇਗਾ ਉਡਾਨ? ਸਵਾਲ ਤਾਂ ਪੰਜਾਬ ਦੀ ਉਡਾਰੀ ਦਾ ਤੇ ਲੀਡਰਾਂ ਦੀ ਉਡਾਰੀ ਤੇ ਸਾਰੀ ਡਿਬੇਟ ਘੁੰਮਦੀ ਪਈ ਹੈ। ਸਿਕਿਉਰਿਟੀ ਦਾ ਮੁੱਦਾ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ, ਪਹਿਲਾਂ ਕੀਤਾ ਸੀ ਐਂਟਰ, ਉਹ ਰੋਕਿਆ ਸੀਗਾ, ਹੁਣ ਦੁਬਾਰਾ ਐਂਟਰੀ ਹੋਈ ਹੈ, ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਚੋਣਾਂ ਤੋਂ 5 ਦਿਨ ਪਹਿਲਾਂ ਸੁਰੱਖਿਆ ਦੇ ਮੁੱਦੇ ਤੇ ਪੰਜਾਬ 'ਚ ਕਿਹੜੀ ਪੋਲਿਟਿਕਸ ਦੀ ਐਂਟਰੀ ਹੋਈ ਹੈ? ਕਰਨਾਲ ਸੇ ਪੀਰ ਅਹਿਮਦ, ਇਹ ਚੋਪਰ ਵਾਲਾ ਮੁੱਦਾ ਪੰਜਾਬ ਨੂੰ ਕਿੱਥੇ ਲੈ ਕੇ ਜਾਊਗਾ? ਦੇਖੋ ਕੇਪੀ ਜੀ, ਪ੍ਰਧਾਨ ਮੰਤਰੀ ਸਾਹਿਬ ਸਿਰਫ 5 ਦਿਨ ਦਾ ਇੰਤਜ਼ਾਰ ਕਰ ਲੈਣ ਤੇ ਉਸ ਤੋਂ ਬਾਅਦ 10 ਮਾਰਚ ਨੂੰ ਰਿਜ਼ਲਟ ਆ ਜਾਣੇ, ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣ ਜਾਣੀ ਹੈ। ਫਿਰ ਇਹਨਾਂ ਨੂੰ ਇਹੋ ਜੀ ਕੋਈ ਸ਼ਿਕਾਇਤ ਨਹੀਂ ਆਉਣ ਦੇਵਾਂਗੇ। ਨਹੀਂ, ਉਹਨਾਂ ਦੀ ਸ਼ਿਕਾਇਤ ਅੱਜ ਤੁਹਾਡੇ ਤੇ ਵੀ ਹੈ। ਉਹ ਤਾਂ ਕਹਿੰਦੇ ਆ ਵੀ ਡਿਪਟੀ ਸੀਐਮ ਆਪਦਾ ਬਣਾ ਲਿਆ ਸੀਗਾ, ਪੁੱਤਰ ਮੋਹ 'ਚ ਫਸੇ ਹੋਏ ਆ ਬਾਦਲ ਸਾਹਿਬ। ਦੇਖੋ 133 ਕਰੋੜ ਦੀ ਆਬਾਦੀ ਦੇ ਵਿੱਚ ਜਿਹੜੀ ਪੰਜਾਬ ਦੀ ਧਰਤੀ ਹੈ, ਜਿੱਥੇ 3 ਕਰੋੜ ਦੀ ਆਬਾਦੀ ਹੈ, ਉਸ ਦੇ ਵਿੱਚ ਹਮੇਸ਼ਾ
ਪੰਜਾਬੀਆਂ ਦੇ ਨਾਲ ਕੇਂਦਰ ਦੀ ਸਰਕਾਰ ਨੇ ਧੱਕਾ ਕੀਤਾ, ਚਾਹੇ ਉਹ ਕਾਂਗਰਸ ਦੀ ਸਰਕਾਰ ਹੁੰਦੀ ਸੀ ਜਾਂ ਬੀਜੇਪੀ ਦੀ ਹੁੰਦੀ ਸੀ। ਬਹੁਤ ਸਾਰੇ ਮਸਲਿਆਂ ਦੇ ਉੱਤੇ ਧੱਕਾ ਹੁੰਦਾ ਰਿਹਾ, ਪਰ ਸ਼੍ਰੋਮਣੀ ਅਕਾਲੀ ਇੱਕ ਮਿੰਟ, ਕਿਸੇ ਦੇ ਪਿੱਛੋਂ ਆਵਾਜ਼ ਆ ਰਹੀ ਹੈ, ਕਿਰਪਾ ਕਰਕੇ ਬੰਦ ਕਰ ਦਿਓ ਪਲੀਜ਼। ਹਾਂ ਬੋਲੋ ਪੀਰ ਅਹਿਮਦ ਸਾਹਿਬ। ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਜਿਹੜਾ ਗੱਠਜੋੜ ਕੀਤਾ ਹੋਇਆ ਸੀ, ਸਾਨੂੰ ਉਹਦਾ ਬਹੁਤ ਵੱਡਾ ਮੁੱਲ ਚੁਕਾਉਣਾ ਪਿਆ ਪਿਛਲੇ ਸਮੇਂ ਦੇ ਵਿੱਚ। ਜਦੋਂ ਕਿਸਾਨ ਸੰਘਰਸ਼ ਹੋ ਰਿਹਾ ਸੀ, ਅਸੀਂ ਇਹਨਾਂ ਦੀ ਹਰ ਗੱਲ ਨੂੰ ਮੰਨਿਆ। ਜੋ ਇਹ ਸਾਡੇ ਨਾਲ ਕਹਿ ਰਹੇ ਸੀ ਕਿ ਤੁਸੀਂ ਕਿਸਾਨਾਂ ਨੂੰ ਇੰਜ ਸਮਝਾਓ, ਇਸ ਤਰ੍ਹਾਂ ਸਮਝਾਓ, ਲੇਕਿਨ ਜਦੋਂ ਸਾਨੂੰ ਲੱਗਾ ਕਿ ਇਹ ਵਿਸ਼ਵਾਸਘਾਤ ਹੋ ਰਿਹਾ ਹੈ, ਕੋਈ ਵੀ ਗੱਲ ਇਹਨਾਂ ਦੀ ਜਿਹੜੀ ਸਹੀ ਨਹੀਂ ਹੋ ਰਹੀ, ਤਾਂ ਉਸ ਤੋਂ ਬਾਅਦ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲੋਂ ਨਾਤਾ ਤੋੜਿਆ। ਮੇਰੀ ਗੱਲ ਪੂਰੀ ਹੋ ਲੈਣ ਦਿਓ। ਜਦੋਂ ਨਾਤਾ ਤੋੜਿਆ, ਉਸ ਤੋਂ ਬਾਅਦ ਇਹਨਾਂ ਦੀਆਂ ਕੁਰਸੀਆਂ ਖਾਲੀ ਹੋਣੀਆਂ ਸ਼ੁਰੂ ਹੋਈਆਂ, ਅੱਜ ਤੱਕ ਨਹੀਂ ਭਰੀਆਂ ਗਈਆਂ। ਅੱਜ ਤੁਸੀਂ ਦੇਖੋ ਪੀਏਪੀ ਗਰਾਊਂਡ ਦੇ ਵਿੱਚ ਜਿਹੜੀ ਇਹ ਰੈਲੀ ਕੀਤੀ ਗਈ ਹੈ, ਉਹੋ ਜਿਹੀਆਂ ਰੈਲੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਪਤਾ ਨਹੀਂ ਕਿੰਨੀਆਂ ਕੁ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੀਜੇਪੀ ਦੀਆਂ ਕਰਾਈਆਂ ਨੇ। ਸੋ ਪ੍ਰਧਾਨ ਮੰਤਰੀ ਜੀ ਨੂੰ ਤਾਂ ਜੋ ਲਿਖਿਆ ਲਿਖਾਇਆ ਇਹਨਾਂ ਨੇ ਭਾਸ਼ਣ ਦੇ ਦਿੱਤਾ, ਉਹਨਾਂ ਨੇ ਬੋਲ ਦਿੱਤਾ, ਲੇਕਿਨ ਅਸਲ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਪਤਾ ਹੈ ਕਿ ਬੀਜੇਪੀ ਦੇ ਇੱਥੇ ਪੈਰ ਨਹੀਂ ਲੱਗ ਰਹੇ, ਔਰ ਬੀਜੇਪੀ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਤਾਂ ਇੱਥੇ ਜਿੱਤਣਾ ਨਹੀਂਗਾ, ਲੇਕਿਨ ਉਹ ਸਾਰਾ ਗੁੱਸਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕੱਢ ਰਹੇ ਨੇ। ਪੀਰ ਅਹਿਮਦ ਸਾਹਿਬ, ਮੁੱਖ ਮੰਤਰੀ ਦਾ ਚੌਪਰ 2 ਵਾਰੀ ਰੋਕਿਆ ਗਿਆ, ਅਕਾਲੀ ਦਲ ਦਾ ਉਹਦਾ ਸਟੈਂਡ ਕੀ ਹੈ? ਦੇਖੋ, ਜਿਹੜਾ ਚੌਪਰ ਦੀ ਗੱਲ ਹੈ ਨਾ, ਚੌਪਰ ਦੇ ਮਸਲੇ ਦੇ ਵਿੱਚ ਪਹਿਲੀ ਗੱਲ ਇਹ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਮੋਦੀ ਸਾਹਿਬ ਬਹੁਤ ਚਿਰ ਰਹੇ ਨੇ, ਪੰਚਕੂਲਾ ਵੀ ਰਹਿੰਦੇ ਰਹੇ ਆ, ਚੰਡੀਗੜ੍ਹ ਵੀ ਰਹਿੰਦੇ ਰਹੇ ਆ, ਉਹ ਅੰਬੈਸਡਰ ਤੇ ਵੀ ਸਫ਼ਰ ਕਰਦੇ ਰਹੇ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਪੰਜਾਬੀਆਂ ਨੇ ਸਾਨੂੰ ਕਿੰਨਾ ਮਾਣ ਸਤਿਕਾਰ ਦਿੱਤਾ। ਜੇ ਉਹਨਾਂ ਨੂੰ ਮੌਸਮ ਦੀ ਖਰਾਬੀ ਦੇ ਕਰਕੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਏ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਪੰਜਾਬ ਪ੍ਰਤੀ ਉਹੋ ਹੀ ਤਿਉ ਰੱਖਣਾ ਚਾਹੀਦਾ ਸੀ। ਇੱਥੇ ਆਣ ਕੇ ਜੇਕਰ ਉਹਨਾਂ ਨਾਲ ਕਿਸੇ ਨੇ ਕੋਈ ਵਿਰੋਧ ਕੀਤਾ ਵੀ ਸੀ, ਤਾਂ ਉਹਨਾਂ ਨੂੰ ਜਿਹੜੇ ਪੰਜਾਬ ਦੇ ਲਈ ਪੈਕੇਜ ਉਹ ਦੇਣਾ ਚਾਹੁੰਦੇ ਸੀ, ਉਹ ਹੁਣ ਦੇ ਦੇਣਾ ਚਾਹੀਦਾ ਸੀ। ਮੁੱਖ ਮੰਤਰੀ ਦੇ ਚੌਪਰ ਦਾ ਸਵਾਲ ਕਰ ਰਿਹਾ ਪੀਰ ਅਹਿਮਦ ਸਾਹਿਬ। ਮੈਂ ਮੁੱਖ ਮੰਤਰੀ ਦਾ ਚੌਪਰ ਅੱਜ 2 ਵਾਰੀ ਰੋਕਿਆ ਗਿਆ, ਮੁੱਖ ਮੰਤਰੀ ਕਹਿੰਦਾ ਮੈਂ ਟੈਰਰਿਸਟ ਹੈ। ਦੇਖੋ, ਜਿਹੜਾ ਮੁੱਖ ਮੰਤਰੀ ਦਾ ਮਸਲਾ ਹੈ ਨਾ, ਉਹ ਈਡੀ ਨੇ ਜੋ ਕੁਝ ਸਾਬਤ ਕੀਤਾ ਹੈ, ਤੇ ਉਹਨਾਂ ਦੇ ਉੱਤੇ ਸ਼ੱਕ ਦੀ ਸੂਈ ਤਾਂ ਜਾਂਦੀ ਹੈ। ਕੀ ਪਤਾ ਉਹ ਕਿੰਨੇ ਕਰੋੜ ਰੁਪਈਆ ਲੈ ਕੇ ਚੌਪਰ ਦੇ ਉੱਤੇ ਤੁਰਦੇ ਫਿਰਦੇ ਹੋਣ, ਕਿਸੇ ਪਾਸੇ ਕਿਤੇ ਜਾਂਦੇ ਹੋਣ। ਇਹ ਬਹੁਤ ਵੱਡਾ ਇਲਜ਼ਾਮ ਲਾ ਰਿਹਾ ਅਕਾਲੀ ਦਲ, ਬਹੁਤ ਵੱਡਾ ਇਲਜ਼ਾਮ ਲਾ ਰਿਹਾ। ਮੇਜਰ ਮਲਹੋਤਰਾ, ਇਹ ਸਾਰਾ ਮਸਲਾ ਹੈ ਕੀ ਹੈ? ਤੁਸੀਂ ਤਾਂ ਇਹਨਾਂ ਚੀਜ਼ਾਂ ਵਿੱਚ ਗੁਜ਼ਰੇ ਵੀ ਹੋ ਆਪਦੀ ਜੌਬ ਦੇ ਦੌਰਾਨ। ਇਹ ਮਸਲਾ ਹੁੰਦਾ ਕੀ ਹੈ? ਇਹ ਫਲਾਈ ਕੌਣ ਕਰ ਸਕਦਾ ਤੇ ਕੌਣ ਨਹੀਂ ਕਰ ਸਕਦਾ ਗਾ? ਗੱਲ ਤਾਂ ਪੰਜਾਬ ਦੇ ਖੰਭਾਂ ਦੀ ਹੋਣੀ ਹੈ ਸਰ। ਇਹ ਤਾਂ ਆਪਦੇ ਜਹਾਜ਼ਾਂ ਦੇ ਖੰਭਾਂ ਦੀ ਗੱਲ ਕਰਦੇ ਪਏ ਮਲਹੋਤਰਾ ਸਾਹਿਬ। ਬਿਲਕੁਲ ਕੇਪੀ ਜੀ, ਇਹ ਜਿਹੜਾ ਚੌਪਰ ਦਾ ਇਸ਼ੂ ਰੇਜ਼ ਕੀਤਾ ਜਾ ਰਿਹਾ ਨਾ, ਇਹ ਅਸਲ 'ਚ ਕਨਸਪੀਰੇਸੀ ਹੈ ਕਿ ਪੰਜਾਬ ਦੇ ਜਿਹੜੇ ਇਸ਼ੂ ਹੈ ਉਹਨਾਂ ਦੀ ਚੌਪਿੰਗ ਕਿਵੇਂ ਕੀਤੀ ਜਾਏ, ਸਬਜ਼ੀ ਦੀ ਤਰ੍ਹਾਂ ਟੁਕੜੇ ਟੁਕੜੇ ਉਹਨਾਂ ਦੇ ਪੰਜਾਬ ਦੇ ਅਸਲੀ ਜਿਹੜੇ ਮੁੱਦੇ ਹੈਗੇ ਆ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਕਿਵੇਂ ਸੁੱਟਿਆ ਜਾਏ ਤੇ ਲੋਕਾਂ ਦਾ ਧਿਆਨ ਕਿਵੇਂ ਭਰਮਾਇਆ ਜਾਏ। ਪੰਜਾਬ ਦੇ ਅਸਲੀ ਮੁੱਦੇ ਹੈਗੇ ਆ ਬਿਜਲੀ, ਪਾਣੀ, ਸਿੱਖਿਆ, ਸਿਹਤ, ਰੋਜ਼ਗਾਰ, ਪੈਨਸ਼ਨਾਂ, ਇੰਫਰਾਸਟ੍ਰਕਚਰ, ਮਾਫੀਆ ਰਾਜ, ਭ੍ਰਿਸ਼ਟਾਚਾਰ, ਇਹ ਮੁੱਦੇ ਆ ਪੰਜਾਬ ਦੇ। ਪਰ ਅੱਜ ਤੁਸੀਂ ਦੇਖ ਲਓ ਕਿ ਪ੍ਰਧਾਨ ਮੰਤਰੀ ਨੇ ਨਾ ਕੱਲ ਗ੍ਰਹਿ ਮੰਤਰੀ ਨੇ ਇਹਨਾਂ ਮੁੱਦਿਆਂ ਤੇ ਕੋਈ ਗੱਲ ਹੀ ਨਹੀਂ ਕੀਤੀ। ਅਸਲ 'ਚ ਪੰਜਾਬ ਦੇ ਲੋਕਾਂ ਦੇ ਜੀਵਨ ਦੇ ਪ੍ਰਤੀ, ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਗੰਭੀਰ ਨਹੀਂ ਹੈਗੇ। ਇਹ ਦੋਗਲੇ ਲੋਕ ਨੇ, ਜੁਮਲੇਬਾਜ਼ ਲੋਕ ਨੇ। ਇਹਨਾਂ ਦਾ ਸਿਰਫ ਇੱਕੋ ਹੀ ਕੰਮ ਹੈ, ਲੋਕਾਂ ਨੂੰ ਝੂਠੇ ਲਾਰੇ ਲਾਣਾ, ਲੋਕਾਂ ਦਾ ਧਿਆਨ ਭਰਮਾਣਾ। ਤੁਸੀਂ ਦੇਖੋ ਕਿ ਤੁਸੀਂ ਪੰਜਾਬ 'ਚ ਇਲੈਕਸ਼ਨ ਦੇ ਸੀਜ਼ਨ 'ਚ ਲੋਕਾਂ ਦੇ ਨਾਲ ਗੱਲ ਕਰਨ ਆਏ ਹੋ, ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ, ਲੋਕਾਂ ਦੇ ਜੀਵਨ ਸੁਧਾਰਨ ਬਾਰੇ ਗੱਲ ਕਰੋ। ਤੁਸੀਂ ਆਪਣੇ ਚੌਪਰ ਦੀ ਗੱਲ ਲੈ ਕੇ ਬਹਿ ਗਏ ਹੋ, ਫਿਰ ਤੁਸੀਂ ਨਸ਼ਿਆਂ ਨਾਲ ਡਰਾਉਣ ਲੱਗੇ ਹੋ ਲੋਕਾਂ ਨੂੰ। ਉਹ ਭਾਈ ਪਹਿਲਾਂ 10 ਸਾਲ 2007 ਉਹਨਾਂ ਨੇ ਨਸ਼ੇ ਦੇ ਮੁੱਦੇ ਤੇ ਤੁਹਾਡੇ ਤੇ ਵੀ ਸਵਾਲ ਕੀਤਾ ਮਲਹੋਤਰਾ ਸਾਹਿਬ। ਉਹਨਾਂ ਨੇ ਨਸ਼ੇ ਮੁੱਦੇ ਤੁਹਾਡੇ ਤੇ ਵੀ ਸਵਾਲ ਕੀਤਾ। ਕਹਿੰਦੇ ਆਪ ਤਾਂ ਸ਼ਰਾਬ ਦੀਆਂ ਦੁਕਾਨਾਂ ਖੋਲਤੀਆਂ ਉੱਥੇ ਤੇ ਪੰਜਾਬ 'ਚ ਨਸ਼ਾ ਮੁਕਾਉਣ ਦੀ ਗੱਲ ਕਰਦੇ ਆ। ਕੇਂਦਰ ਸਰਕਾਰ ਕਾਨੂੰਨ ਲਿਆਏ ਕਿ ਸਰਕਾਰੀ ਸਾਰੀਆਂ ਦੁਕਾਨਾਂ ਬੰਦ ਕਰ ਦੇਵੇ, ਸਾਰੀਆਂ ਡਿਸਟਿਲਰੀਆਂ ਬੰਦ ਕਰ ਦੇਵੇ। ਸਰਕਾਰ ਤੁਹਾਡੀ ਚਲਦੀ ਹੈ, ਅੱਧਾ ਪੈਸਾ ਤਾਂ ਸਰਕਾਰ ਕੋਲ ਤੁਹਾਡਾ ਐਕਸਾਈਜ਼ ਦਾ ਆਂਦਾ ਹੈਗਾ, ਬੰਦ ਕਰ ਦੇਵੇ ਸਰਕਾਰ। ਇਹ ਕੋਈ ਮੁੱਦਾ ਨਹੀਂ ਹੈਗਾ। ਅਸਲੀ ਮੁੱਦਾ ਹੈਗਾ ਹੈਰੋਇਨ, ਸਿੰਥੈਟਿਕ ਨਸ਼ਾ, ਡਰੱਗ ਜਿਹੜਾ ਉਹ ਮੁੱਦਾ ਹੈਗਾ। ਸ਼ਰਾਬ ਦੀਆਂ ਦੁਕਾਨਾਂ ਕੋਈ ਮੁੱਦਾ ਨਹੀਂ ਹੈਗਾ। ਨਹੀਂ ਮਲਹੋਤਰਾ ਸਾਹਿਬ, ਚਲੋ ਠੀਕ ਹੈ ਤੁਹਾਡੀ ਗੱਲ ਮਾਲੀ ਮਲਹੋਤਰਾ ਸਾਹਿਬ। ਪੰਜਾਬ ਲਾਇਸੈਂਸ ਮਿਲਦੇ ਆ, ਸ਼ਰਾਬ ਦੇ ਲਾਇਸੈਂਸ ਮਿਲਦੇ ਆ, ਪੰਜਾਬ 'ਚ ਮਿਲਦੇ, ਦਿੱਲੀ 'ਚ ਮਿਲਦੇ, ਸਾਰੇ ਕਿਤੇ ਮਿਲਦੇ ਆ। ਮੇਰਾ ਸਵਾਲ ਹੈ ਮਲਹੋਤਰਾ ਸਾਹਿਬ, ਪੰਜਾਬ ਦਿੱਲੀ ਵਿੱਚ ਸਿੰਥੈਟਿਕ ਡਰੱਗ ਹੈ, ਦਿੱਲੀ ਵਿੱਚ ਚਿੱਟਾ ਹੈ? ਮੈਂ ਇਸ ਟਾਈਮ ਕੁਝ ਨਹੀਂ ਕਹਿ ਸਕਦਾ ਕਿਉਂਕਿ ਜਿਹੜੀ ਕੰਟਰੋਲਿੰਗ ਏਜੰਸੀਜ਼ ਹੈਗੀਆਂ, ਪੁਲਿਸ ਹੈਗੀ ਹੈ ਜਾਂ ਈਡੀ ਹੈਗੀ ਹੈ ਜਾਂ ਐਂਟੀ ਕਰਪਸ਼ਨ ਬਿਊਰੋ ਹੈ, ਉਹ ਸੈਂਟਰ ਦੇ ਕੰਟਰੋਲ 'ਚ ਹੈਗਾ। ਸਰ ਸੈਂਟਰ ਦੇ ਕੰਟਰੋਲ 'ਚ। ਪੰਜਾਬ 'ਚ ਤੁਸੀਂ 1 ਮਿੰਟ ਦੱਸਦਾ ਚਿੱਟਾ ਹੈਗਾ, ਸਿੰਥੈਟਿਕ ਡਰੱਗ ਹੈਗੀ ਆ। ਦਿੱਲੀ ਵਿੱਚ ਤੁਹਾਡੀ ਸਰਕਾਰ ਹੈ, ਉੱਥੇ ਤੁਹਾਨੂੰ ਪਤਾ ਲੱਗਦਾ ਸਿੰਥੈਟਿਕ ਡਰੱਗ ਹੈ ਜਾਂ ਨਹੀਂ ਹੈ, ਉੱਥੇ ਚਿੱਟਾ ਹੈ ਕਿ ਨਹੀਂ ਹੈ ਸਰ?
ਪੰਜਾਬ 'ਚ ਨਸ਼ਾ ਵਿਕਦਾ, ਗਲੀ ਗਲੀ 'ਚ ਜਾ ਕੇ ਦੇਖੋ ਸਾਰੇ ਪੰਜਾਬੀਆਂ ਨੂੰ। ਸਰ ਦਿੱਲੀ 'ਚ ਵੇਖਦੇ ਕਿ ਨਹੀਂ ਵੇਖਦਾ ਮਲਹੋਤਰਾ ਸਾਹਿਬ? ਦਿੱਲੀ 'ਚ ਵੇਖਦੇ ਕਿ ਨਹੀਂ ਵੇਖਦਾ ਸਰ? ਸਰ ਵਿਕਦਾ ਹੋਏਗਾ, ਹਾਂ ਲੇਕਿਨ ਤੇ ਤੁਸੀਂ ਸਰ ਕਦੇ ਹਾਂ ਦਾ ਨਾਰਾ ਮਾਰਿਆ ਮਲਹੋਤਰਾ ਸਾਹਿਬ ਉੱਥੇ ਦਿੱਲੀ 'ਚ? ਕਦੇ ਹਾਂ ਦਾ ਨਾਰਾ ਮਾਰਿਆ ਦਿੱਲੀ 'ਚ ਸਰ? ਸਰ ਹਰ ਜਗ੍ਹਾ ਮਾਰਦੇ ਆ, ਹਰ ਜਗ੍ਹਾ ਮਾਰਦੇ ਆ। ਇੱਕ ਮਿੰਟ ਪੀਰ ਮਸਾ ਆ ਰਿਹਾ ਸਰ, ਪੀਰ ਮਸਾ। ਪੋਲੀਟੀਸ਼ੀਅਨ ਮਿਲੇ ਹੋਏ ਆ ਡਰਗ ਪੈਡਲਰਸ ਦੇ ਨਾਲ, ਡਰਗ ਲੌਰਡ ਦੇ ਨਾਲ ਪੋਲੀਟੀਸ਼ੀਅਨ ਮਿਲੇ ਹੋਏ ਆ। ਹਾਂ ਚਲੋ ਹੈਗਾ ਜੇ ਸਾਡੀ ਸਰਕਾਰ ਹੋਈ ਅਸੀਂ 4 ਦਿਨਾਂ 'ਚ ਬੰਦ ਕਰਕੇ ਦਿਖਾਵਾਂਗੇ। ਚਲੋ ਮਲਹੋਤਰਾ ਸਾਹਿਬ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਆ, ਉਹਨਾਂ ਨੇ ਵੀ ਕਿਹਾ ਸੀ 4 ਹਫ਼ਤਿਆਂ 'ਚ ਲੱਕ ਤੋੜ ਦੂੰਗਾ। ਨਾ ਬਾਂਹ ਟੁੱਟੀ, ਨਾ ਲੱਤ ਟੁੱਟੀ ਹੈ, ਨਾ ਲੱਕ ਟੁੱਟਿਆ ਨਸ਼ੇ ਦਾ। ਦਿੱਲੀ 'ਚ ਰਿਜ਼ਲਟ ਦਿੱਤੇ ਹੈ, ਜੋ ਕੁਝ ਸਾਡੇ ਕੰਟਰੋਲ ਵਿੱਚ ਸੀ ਉਹ ਸੁਧਾਰ ਕਰਕੇ ਦਿਖਾਇਆ। ਸਾਰੀ ਦੁਨੀਆ ਉੱਤੇ ਗੁਣਗਾਨ ਕਰਦੀ ਹੈ। ਇੱਕ ਮੌਕਾ ਦਿਓ ਸਾਨੂੰ, ਅਸੀਂ ਕਰਕੇ ਦਿਖਾਵਾਂਗੇ। ਰਾਹੁਲ ਗਾਂਧੀ ਦੱਸ ਗਏ ਅੱਜ, ਕਹਿੰਦੇ ਮਹੱਲਾ ਕਲੀਨਿਕ ਦਾ ਜਿਹੜਾ ਤੁਸੀਂ ਰੋਲਾ ਪਾਇਆ ਹੋਇਆ, ਕਹਿੰਦੇ ਅਸੀਂ ਸ਼ੁਰੂ ਕੀਤੇ ਸੀਗੇ। ਉਹਨਾਂ ਨੂੰ ਕੀ ਜਵਾਬ ਦੋਗੇ? ਸਾਨੂੰ ਸਾਰੀ ਦੁਨੀਆ ਜਾਣਦੀ ਹੈ, ਸਾਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਹੈ। ਕਿਸ ਨੇ ਸ਼ੁਰੂ ਕੀਤਾ ਤੇ ਕਿਸ ਨੇ ਕੀ ਨਹੀਂ ਕੀਤਾ। ਤਾਂ ਹੀ ਉਹਨਾਂ ਤੇ 0 ਸੀਟ ਆ ਰਹੀ ਹੈਗੀ ਹੈ। 2 ਵਾਰੀ 0 ਸੀਟ ਆਈ ਹੈ ਉਹਨਾਂ ਦੀ, ਔਰ ਸਾਨੂੰ ਪੂਰੀ ਵਿਧਾਨ ਸਭਾ ਲੋਕਾਂ ਨੇ ਦਿੱਤੀ ਹੈਗੀ ਹੈ। ਠੀਕ ਹੈ, ਤਾਂ ਉਹਨਾਂ ਨੂੰ ਵੀ ਕੁਝ ਮਿਲ ਜਾਂਦਾ। ਠੀਕ। ਹਾਂ ਪੀਰ ਅਹਿਮਦ ਸਾਹਿਬ ਕੀ ਕਹਿਣਾ ਚਾਹ ਰਹੇ ਹੋ? ਬੋਲੋ। ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦਾ ਜੇ ਕੋਈ ਭਲਾ ਕਰ ਸਕਦੀ ਉਹ ਖੇਤਰੀ ਪਾਰਟੀ ਕਰ ਸਕਦੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਲੋਕਾਂ ਦਾ ਭਰੋਸਾ ਪਹਿਲਾਂ ਵੀ ਸੀ, ਹੁਣ ਵੀ ਹੈ। ਵੱਖਰੀ ਗੱਲ ਹੈ ਕਿ ਦੁਰਪ੍ਰਚਾਰ ਦਾ ਅਸੀਂ ਸ਼ਿਕਾਰ ਹੋਏ ਸੀ 2017 ਦੇ ਵਿੱਚ। ਉਹ ਗਲਤੀ ਹੁਣ ਪੰਜਾਬ ਦੇ ਲੋਕਾਂ ਨੇ ਦੁਬਾਰਾ ਨਹੀਂ ਕਰਨੀ। ਇਹ ਇੱਕ ਮੌਕੇ ਦੀ ਗੱਲ ਕਰਦੇ ਪਏ ਨੇ। ਇਹਨਾਂ ਨੂੰ ਦੱਸੋ ਕਿ ਇੱਕ ਮੌਕਾ ਇਸ ਕਰਕੇ ਦਿੱਤਾ ਜਾਵੇ ਕਿ 47 ਉਮੀਦਵਾਰ ਇਧਰੋਂ ਉਧਰੋਂ ਫੜ ਕੇ ਜਿਹੜਾ ਰਿਜੈਕਟਡ ਮਾਲ ਸੀ ਉਹ ਸਾਰਾ ਆਮ ਆਦਮੀ ਪਾਰਟੀ ਦੇ ਵਿੱਚ ਭਰਤੀ ਕਰ ਲਿਆ, ਤੇ ਉਸ ਤੋਂ ਬਾਅਦ ਇਹ ਕਿਹੜਾ ਮੌਕਾ ਭਾਲਦੇ ਨੇ? ਨਹੀਂ, ਰਿਜੈਕਟਡ ਮਾਲ ਤੋਂ ਇੰਨੀ ਟੈਨਸ਼ਨ ਕਿਉਂ ਹੈ? ਇਸ ਰਿਜੈਕਟਡ ਮਾਲ ਤੇ ਹਮੇਸ਼ਾ ਰੋਜ਼ ਰਾਜਨੀਤੀ ਕਰਦੇ ਪਏ ਤੁਸੀਂ, ਰੋਜ਼ ਇਹਨਾਂ ਦੇ ਖਿਲਾਫ ਬੋਲਦੇ ਪਏ, ਡਰਦੇ ਕਿਉਂ ਪਏ ਰਿਜੈਕਟਡ ਮਾਲ ਤੋਂ? ਫਿਰ ਪੀਰ ਅਹਿਮਦ ਸਾਹਿਬ ਇਸ ਕਰਕੇ ਡਰਦੇ ਆ ਕਿ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਨੇ ਪ੍ਰਚਾਰ ਕੀਤਾ, ਜਿਵੇਂ ਪਰਾਲੀ ਪੰਜਾਬ ਦੇ ਪਾਣੀ ਦੇ ਮਸਲੇ ਦੇ ਉੱਤੇ ਕਲੀਅਰ ਨਹੀਂ ਹੈਗੀ। ਕਈ ਮਸਲੇ ਜਿਹੜੇ ਪੰਜਾਬ ਦੇ ਹਿੱਤਾਂ ਦੇ ਲਈ ਜ਼ਰੂਰੀ ਨੇ, ਉਹਨਾਂ ਪ੍ਰਤੀ ਇਹਨਾਂ ਨੇ ਕਦੀ ਵੀ ਕੋਈ ਜਵਾਬ ਨਹੀਂ ਦਿੱਤਾ। ਠੀਕ ਹੈ। ਮਿਸਟਰ ਮਲਹੋਤਰਾ ਇੱਕ ਮਿੰਟ ਆ ਰਿਹਾ। ਲੋਕੇਸ਼ ਨਾਰੰਗ ਸਾਹਿਬ, ਤੁਸੀਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪਾਸੇ ਹਟਣਾ ਚਾਹੁੰਦੇ ਹੋ। ਇਸ ਲਈ ਤੁਸੀਂ ਮੰਦਰ ਦਾ ਮੁੱਦਾ ਛੇੜ ਲਿਆ, ਇਸ ਲਈ ਤੁਸੀਂ ਸੁਰੱਖਿਆ ਦਾ ਮੁੱਦਾ ਛੇੜ ਲਿਆ। ਲੋਕੇਸ਼ ਨਾਰੰਗ ਸਾਹਿਬ, ਐਸੀ ਕੋਈ ਗੱਲ ਨਹੀਂ ਹੈ। ਹੁਣ ਜੇ ਇਹਨਾਂ ਨੂੰ ਜਿਹੜੇ ਤੁਹਾਡੇ ਚੈਨਲ ਤੇ ਡਿਬੇਟ ਦੇ ਵਿੱਚ ਬੈਠੇ ਨੇ ਉਸ ਚੀਜ਼ ਨੂੰ ਗਲਤ ਤਰੀਕੇ ਨਾਲ ਸਮਝ ਰਹੇ ਨੇ। ਪ੍ਰਧਾਨ ਮੰਤਰੀ ਜੀ ਨੇ ਆਪਣਾ ਪੰਜਾਬ ਪ੍ਰਤੀ ਸਾਫ਼ ਵਿਜ਼ਨ ਦਿੱਤਾ, ਔਰ ਵਿਜ਼ਨ ਦਿੰਦੇ ਹੋਏ ਜੇ ਉਹਨਾਂ ਨੇ 2 ਗੱਲਾਂ ਕਹੀਆਂ ਨੇ ਤਾਂ ਉਹ ਉਸ ਨੂੰ ਨੈਗੇਟਿਵ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ। ਸਭ ਤੋਂ ਪਹਿਲਾਂ ਮੈਂ ਪੀਰ ਮੁਹੰਮਦ ਸਾਹਿਬ ਨੇ ਕਿਹਾ ਕਿ ਸਾਡੇ ਨਾਲ ਬੜਾ ਧੱਕਾ ਹੋਇਆ ਬੀਜੇਪੀ ਦੇ ਕਰਕੇ, ਅਸੀਂ ਬਹੁਤ ਬਰਦਾਸ਼ਤ ਕੀਤਾ। ਬੀਜੇਪੀ ਦੀ ਅੱਜ ਪੰਜਾਬ ਵਿੱਚ ਖੜੀ ਨਹੀਂ ਹੋ ਸਕੀ ਇੰਨੇ ਸਾਲਾਂ ਤੇ ਡਿਊ ਟੂ ਅਕਾਲੀ ਦਲ ਆ। ਹੁਣ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਤੋਂ ਅਲੱਗ ਹੋ ਕੇ ਸਾਰੇ 117 ਦੇ 17 ਪਹਿਲਾਂ ਛੱਡ ਦਿੰਦੇ ਅਕਾਲੀ ਦਲ ਨੂੰ, ਤੁਹਾਨੂੰ ਅਕਾਲੀ ਦਲ ਨੇ ਬੰਨ ਕੇ ਬਿਠਾਇਆ ਹੋਇਆ ਸੀ। ਲੋਕੇਸ਼ ਜੀ ਛੱਡ ਦਿੰਦੇ ਅਕਾਲੀਆਂ ਨੂੰ। ਚਲੋ ਦੇਰ ਆਏ ਜ਼ਰੂਰ ਸਾਹਿਬ। ਮੈਂ ਪੀਰ ਮੁਹੰਮਦ ਸਾਹਿਬ ਦੀ ਗੱਲ ਦਾ ਜਵਾਬ ਦੇ ਰਿਹਾ। ਜਿਹੜੀ ਇਹ ਗੱਲਾਂ ਕਰਦੇ ਨੇ ਕਿ ਲੋਕਾਂ ਨੇ 2017 ਚ ਗਲਤੀ ਕਰਤੀ, ਐਤਕੀ ਨਹੀਂ ਕਰਨਗੇ, ਭੁਲੇਖੇ ਚ ਆ ਗਏ ਨਾ। ਲੋਕਾਂ ਨੇ 2022 ਦੇ ਵਿੱਚ ਵੀ ਤੁਹਾਨੂੰ ਵੋਟਾਂ ਨਹੀਂ ਪਾਣੀਆਂ। ਇੱਕੋ ਹੀ ਬੰਦਾ ਪਾਰਟੀ ਨੂੰ ਚਲਾ ਰਿਹਾ, ਨਾ ਕੋਈ ਅੱਗੇ ਨਾ ਕੋਈ ਪਿੱਛੇ, ਇੱਕੋ ਹੀ ਪਰਿਵਾਰ। ਹੁਣ ਆਪਾਂ ਗੱਲ ਕਰ ਲੈਂਦੇ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਉਹੀ ਪ੍ਰਧਾਨ ਨੇ, ਉਹੀ ਦਿੱਲੀ ਦੇ ਮੁੱਖ ਮੰਤਰੀ ਨੇ। ਤੁਸੀਂ ਦੱਸੋ ਕਿ ਕਿਆ ਕਿਸੇ ਨੇ ਇਹਨਾਂ ਦੇ ਕਿਸੇ ਹੋਰ ਨੇਤਾ ਨੂੰ ਪੰਜਾਬ ਦੇ ਵਿੱਚ ਕੰਪੇਨ ਕਰਦੇ ਦੇਖਿਆ? ਕਿਆ ਕੋਈ ਡੈਮੋਕ੍ਰੈਟਿਕ ਇੰਟਰਨਲ ਡੈਮੋਕ੍ਰੇਸੀ ਨਾਮ ਦਾ ਸਿਸਟਮ ਹੈ? ਜਦਕਿ ਸਾਡੇ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਨੇ ਸਮੂਹਿਕ ਲੀਡਰਸ਼ਿਪ ਲੋਕੇਸ਼ ਜੀ ਉਹ ਪਤਾ ਕਹਿੰਦੇ ਆ ਸਾਡਾ ਇੱਕ ਹੀ ਬਹੁਤ ਹੈ। ਕਹਿੰਦੇ ਤੁਸੀਂ ਸਾਰੀ ਕੈਬਨਿਟ ਫੌਜ ਇੱਥੇ ਲਾਤੀ ਹੈ, ਪ੍ਰਧਾਨ ਮੰਤਰੀ ਇੱਥੇ ਆ ਗਿਆ, ਗ੍ਰਹਿ ਮੰਤਰੀ ਆ ਗਿਆ। ਆਪਾਂ ਡੈਮੋਕ੍ਰੈਟਿਕ ਸਿਸਟਮ ਨੂੰ ਤਾਕ ਤੇ ਲਾਇਆ ਹੋਇਆ। 2017 ਦੇ ਵਿੱਚ ਕੀ ਹੋਇਆ? ਕਿਉਂ ਨਹੀਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ? ਕਿ ਲੋਕਾਂ ਨੇ ਸਮਝ ਲਿਆ ਕਿ ਜਿਹੜੇ ਇਹਨਾਂ ਨੇ ਨੁਮਾਇੰਦੇ ਅੱਗੇ ਕੀਤੇ ਨੇ, ਜੇ ਇਹਨਾਂ ਲੋਕਾਂ ਨੂੰ ਅਸੀਂ ਚੁਣ ਲਿਆ ਤਾਂ ਪੰਜਾਬ ਦੇ ਵਿੱਚ ਤਾਂ ਹਾਲਾਤ ਬਦ ਤੋਂ ਬੱਤਰ ਹੋ ਜਾਣਗੇ। ਲੋਕੇਸ਼ ਜੀ ਤੁਸੀਂ ਇੰਨੇ ਸਾਲ ਲੜ ਕੇ 23 ਚੁਣੀਆਂ ਤੇ ਪਹੁੰਚੇ ਹੋ, ਇਹ ਪਹਿਲੀ ਵਾਰੀ ਦੂਜੀ ਵਾਰੀ ਲੜ ਕੇ ਸਰ 20 ਤੇ ਪਹੁੰਚ ਗਏ ਵੀ ਦੇਖੋ ਨਾ। ਹਾਂ ਸਰ 20 ਦੇ ਵਿੱਚ ਪਹੁੰਚੇ ਤਾਂ ਸੰਭਾਲ ਕਿੰਨੇ ਲਏ? ਇਹ ਰੌਲਾ ਪਾਉਂਦੇ ਨੇ ਇੱਕ ਮੌਕਾ ਕੇਜਰੀਵਾਲ ਨੂੰ ਦਿਓ, ਉਹ 20 ਤੋਂ 10 ਤਾਂ ਪਹਿਲਾਂ ਹੀ ਗਾਇਬ ਹੋ ਗਏ। ਚਲੋ ਮੈਂ ਥੋੜਾ ਦੇਖ ਲੂੰਗਾ, ਬ੍ਰੇਕ ਤੋਂ ਵਾਪਸ ਆ ਰਿਹਾ। ਕਾਂਗਰਸ ਦਾ ਟੇਕ ਵੀ ਲੈਣਾ ਹੈ। ਬਹੁਤ ਸਾਰੇ ਸਵਾਲ ਹੈ ਕਿ ਕਿਸ ਦੇ ਹੱਥਾਂ 'ਚ ਪੰਜਾਬ ਭਰੇਗਾ ਉਡਾਨ। ਪੰਜਾਬ ਦੇ ਵਿੱਚ ਉਡਾਨ ਵਾਲਾ ਸਵਾਲ ਹੈ ਜਿਹੜਾ ਉਸ ਕੱਲਾ ਸੁਰੱਖਿਆ ਨਾਲ ਜੁੜਿਆ ਹੋਇਆ ਨਹੀਂਗਾ। ਇਸ ਤੋਂ ਪਹਿਲਾਂ ਪੰਜਾਬ ਨੂੰ ਹੋਰ ਉਡਾਨ ਨਾਲ ਵੀ ਜੋੜਿਆ ਗਿਆ। ਮੈਂ ਕਦੇ ਉਸ ਫਿਲਮ ਦਾ ਜ਼ਿਕਰ ਨਹੀਂ ਕਰਦਾ ਆਪਦੇ ਜ਼ੁਬਾਨ ਤੋਂ, ਕਿਉਂਕਿ ਮੈਨੂੰ ਲੱਗਦਾ ਕਿ ਹਰ ਪੰਜਾਬੀ ਨੂੰ, ਹਰ ਨੌਜਵਾਨ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ ਤੇ ਮੈਂ ਵੀ ਉਸ ਕਟਹਿਰੇ 'ਚ ਖੜਾ ਹੁੰਨਾ ਜਦੋਂ ਪੰਜਾਬ ਦੇ ਉੱਤੇ ਨਸ਼ੇ ਵਾਲਾ ਇਲਜ਼ਾਮ ਲੱਗਦਾ ਹੈ। ਪੰਜਾਬ ਦੇ ਵਿੱਚ ਨਸ਼ਾ ਹੈਗਾ, ਇਸ ਗੱਲ ਤੋਂ ਕੋਈ ਇਨਕਾਰ ਹੀ ਨਹੀਂ, ਪਰ ਇਹਨਾਂ ਲੋਕਾਂ ਨੇ, ਸਿਆਸਤਦਾਨਾਂ ਨੇ ਪੰਜਾਬ ਵਿੱਚ ਨਸ਼ੇ ਤੇ ਸਿਆਸਤ ਕੀਤੀ ਹੈ ਜਾਂ ਨਕੇਲ ਕੱਸਣ ਲਈ ਕੋਈ ਕਦਮ ਵੀ ਚੁੱਕੇ ਹੈ। ਸਵਾਲ ਇਹੀ ਹੈ ਕਿ ਇਕੱਲਾ ਪੰਜਾਬ ਨੂੰ ਬਦਨਾਮ ਕਰਨ ਲਈ ਵਰਤਿਆ ਜਾਂਦਾ ਸਿਰਫ ਚੋਣਾਂ ਵੇਲੇ,
ਜਾਂ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਦਾ ਕੋਈ ਹੱਲ ਵੀ ਕਰਨਾ, ਬਾਰਡਰ ਪਾਰ ਤੋਂ ਨਸ਼ਾ ਆਉਂਦਾ ਕਿ ਨਹੀਂ ਆਉਂਦਾਗਾ, ਪੰਜਾਬ ਦੇ ਵਿੱਚ ਇੰਟਰਸਟੇਟ ਨਸ਼ਾ ਆਉਂਦਾ ਕਿ ਨਹੀਂ ਆਉਂਦਾ, ਪੰਜਾਬ ਵਿੱਚ ਸਿੰਥੈਟਿਕ ਡਰੱਗ ਚਿੱਟਾ ਪੈਦਾ ਹੁੰਦਾ, ਬਣਾਇਆ ਜਾਂਦਾ ਕਿ ਨਹੀਂ ਬਣਾਇਆ ਜਾਂਦਾ, ਬਹੁਤ ਸਾਰੇ ਸਵਾਲ ਹੈਗੇ ਆ ਤੇ ਸਾਰੇ ਆਪਦੀ ਜ਼ਿੰਮੇਵਾਰੀ ਤੋਂ ਮੁਨਕਰ ਤਾਂ ਨਹੀਂ ਹੋ ਰਹੇ। ਸਵਾਲ ਇਹੀ ਹੈ ਕਿਸ ਦੇ ਹੱਥਾਂ 'ਚ ਪੰਜਾਬ ਭਰੇਗਾ ਉਡਾਨ, ਵਾਪਸ ਆ ਰਹੇ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਚੋਣਾਂ ਤੋਂ 5 ਦਿਨ ਪਹਿਲਾਂ ਸੁਰੱਖਿਆ ਦੇ ਮੁੱਦੇ ਤੇ ਪੰਜਾਬ 'ਚ ਕਿਹੜੀ ਪੋਲਿਟਿਕਸ ਦੀ ਐਂਟਰੀ ਹੋਈ ਹੈ। ਕੋਮਲ ਗੁਰਨੂਰ ਸਿੰਘ ਤੁਹਾਡੇ ਲੀਡਰ ਆਉਂਦੇ ਆ ਪੰਜਾਬ ਦੇ ਵਿੱਚ, ਉਹ ਵੀ ਕਹਿੰਦੇ ਆ ਕਿ ਇਹਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਨਹੀਂ ਹੈਗਾ ਪੰਜਾਬ, ਅਸੀਂ ਹੀ ਪੰਜਾਬ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਕੋਮਲ ਗੁਰਨੂਰ ਸਿੰਘ, ਪੰਜਾਬ ਵਿੱਚ ਸੁਰੱਖਿਆ ਦਾ ਮੁੱਦਾ ਐਡਾ ਵੱਡਾ ਹੈਗਾ ਜਿੰਦੀ ਇਸ ਤੋਂ ਪਹਿਲਾਂ ਤਾਂ ਗੱਲ ਨਹੀਂ ਹੋ ਰਹੀ ਸੀ, ਚੋਣਾਂ ਆਈਆਂ ਇੰਨੀ ਸੁਰੱਖਿਆ ਦੀ ਗੱਲ ਹੋ ਰਹੀ ਆ, ਮੈਨੂੰ ਸਮਝ ਨਹੀਂ ਆ ਰਿਹਾ, ਮੈਂ ਬਾਹਰ ਨਿਕਲਾਂ ਮੈਨੂੰ ਨਾਲ 2-4 ਗਾਰਡ ਤਾਂ ਨਹੀਂ ਚਾਹੀਦੇ ਕਿਤੇ। ਕੋਮਲ ਗੁਰਨੂਰ ਸਿੰਘ। ਕੇਪੀ ਸਿੰਘ ਜੀ, ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ। ਬੀਜੇਪੀ ਨੇ ਨਾ ਇੱਕ ਪਾਲਿਸੀ ਚਲਾਈ ਹੈ, ਡਾਇਵਰਟ ਐਂਡ ਰੂਲ ਪਾਲਿਸੀ। ਇਹਨਾਂ ਨੇ ਹਮੇਸ਼ਾ ਹੀ ਅਸਲ ਮੁੱਦਿਆਂ ਤੋਂ ਇਹਨਾਂ ਨੇ ਡਾਇਵਰਟ ਕਰਨੇ ਆ। ਤੁਸੀਂ ਦੇਖੋ ਪਿੱਛੇ ਜਿਹੜੀਆਂ ਵੀ ਵਿਧਾਨ ਸਭਾ ਦੇ ਇਲੈਕਸ਼ਨਸ ਹੋਈਆਂ ਵੱਖ-ਵੱਖ ਸੂਬਿਆਂ 'ਚ, ਇਹਨਾਂ ਨੇ ਹਮੇਸ਼ਾ ਧਰਮ ਦੇ ਆਧਾਰ ਤੇ ਰਾਜਨੀਤੀ ਕੀਤੀ ਹੈ, ਜਿਹੜੇ ਕਿ ਅਸਲ ਮੁੱਦੇ ਆ ਕਿ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਹੈ, ਇੰਡਸਟਰੀ ਨੂੰ ਪ੍ਰਫੁੱਲਿਤ ਕਿਵੇਂ ਕਰਨਾ ਹੈ, ਅਸੀਂ ਔਰਤਾਂ ਨੂੰ ਸੁਰੱਖਿਆ ਕਿਵੇਂ ਪ੍ਰੋਵਾਈਡ ਕਰਨਾ, ਉਹਦੇ ਬਾਰੇ ਕਦੇ ਨਹੀਂ ਗੱਲ ਕਰਦੇ, ਕਦੇ ਨਹੀਂ ਕਰਦੇ। ਇਹ ਤਰਾਸਦੀ ਹੈ ਸਾਡੀ ਰਾਜਨੀਤੀ ਦੇ ਵਿੱਚ। ਹੁਣ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ, ਉੱਥੇ ਦੇਖੋ ਦਿੱਲੀ ਦੇ ਵਿੱਚ ਭਾਜੀ ਰੇਪ ਕੇਸਿਸ ਕਿੰਨੇ ਵੱਧ ਗਏ। ਕਦੇ ਇਹਨਾਂ ਨੇ ਧਰਨਾ ਲਾਇਆ, ਕਦੇ ਇਹਨਾਂ ਨੇ ਇਸ਼ੂ ਚੱਕਿਆ। ਇਹ ਸਿਰਫ ਪੰਜਾਬ 'ਚ ਆ ਕੇ ਇਹ ਦੋਗਲੀ ਰਾਜਨੀਤੀ ਕਰ ਰਹੇ ਨੇ। ਕਦੇ ਕਹਿੰਦੇ ਨੇ ਸਾਨੂੰ ਮੌਕਾ ਦਿਓ। ਭਾਜੀ 2014 'ਚ ਪੰਜਾਬੀਆਂ ਨੇ ਪਹਿਲਾ ਮੌਕਾ ਦਿੱਤਾ ਸੀ 4 MP ਜਿਤਾ ਕੇ, ਉਹਦੇ 'ਚ 2 MP ਛੱਡ ਕੇ ਚਲੇ ਗਏ। ਫਿਰ ਪੰਜਾਬੀਆਂ ਨੇ ਦੂਜਾ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ 2017 'ਚ ਮੁੱਖ ਵਿਰੋਧੀ ਧਿਰ ਬਣਾ ਕੇ, ਉਹਦੇ 'ਚ 11 MLA ਛੱਡ ਕੇ ਚਲੇ ਗਏ। ਹੁਣ ਇਹ ਆਮ ਆਦਮੀ ਪਾਰਟੀ ਵਾਲੇ ਗਰੰਟੀਆਂ ਵੰਡਦੇ ਫਿਰਦੇ ਨੇ। ਪਹਿਲੇ ਇਹਨਾਂ ਨੂੰ ਪੁੱਛੋ, ਪਹਿਲੇ ਇੱਕ ਗਰੰਟੀ ਦੇ ਦਿਓ ਕਿ ਕੱਲ ਨੂੰ ਜਿਹੜਾ ਤੁਹਾਡਾ MLA ਜਿੱਤੂਗਾ ਕੱਲ ਨੂੰ ਛੱਡ ਕੇ ਨਾ ਜਾਵੇ, ਪਹਿਲੇ ਉਹਦੀ ਗਰੰਟੀ ਲੈ ਲਓ। ਤੁਸੀਂ ਵੀ ਗਰੰਟੀ ਦਿਓ ਨਾ ਕੋਮਲ ਗੁਰਨੂਰ ਸਿੰਘ ਕਿ ਤੁਸੀਂ ਇਹਨਾਂ ਦੇ MLA ਪੱਟੋਗੇ ਨਹੀਂ। ਦੇਖੋ ਸਰ, ਅਸੀਂ ਤਾਂ ਪੱਟੇ ਹੀ ਨਹੀਂ, ਆਪ ਆ ਰਹੇ ਨੇ, ਉਹਨਾਂ ਨੂੰ ਆਪ ਲੱਗ ਰਿਹਾ। ਤੁਸੀਂ ਦੇਖੋ ਜੱਗਾ ਹਿੱਸੋਵਾਲ ਵਿਧਾਨ ਸਭਾ 'ਚ ਖੜ ਕੇ ਆਪ ਕਹਿੰਦਾ ਕਿ ਚੰਨੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ, ਇਹਨਾਂ ਦੇ ਤਾਂ ਆਪਣੇ MLA ਆਏ, ਕਿਉਂ ਆਏ ਪੁੱਛੋ। ਇਹਨਾਂ ਦੇ ਹੁਣ ਇਹ ਕਹਿ ਸਕਦੇ ਕਿ ਡਾਕਟਰ ਧਰਮਵੀਰ ਗਾਂਧੀ ਕਰਪਟ ਹੈ, ਹਰਵਿੰਦਰ ਸਿੰਘ ਫੁਲਕਾ ਜੀ ਕਰਪਟ ਹੈ, ਪੁੱਛੋ ਇਹਨਾਂ ਤੋਂ ਲੋ ਸਟੇਟਮੈਂਟ ਕਿ ਖੈਰਾ ਸਾਹਿਬ ਨੇ ਬਤੌਰ ਲੀਡਰ ਆਪੋਜੀਸ਼ਨ ਮਾੜੇ ਕੰਮ ਕੀਤੇ, ਪੁੱਛੋ ਲੋ ਸਟੇਟਮੈਂਟ ਇਹਨਾਂ ਤੋਂ ਔਨ ਰਿਕਾਰਡ, ਪਤਾ ਲੱਗ ਜਾਊਗਾ ਇਹਨਾਂ ਦੀ ਪ੍ਰਾਪਤੀ ਕੀ ਹੈ। ਜਦੋਂ ਦੇ ਚੀਮਾ ਸਾਹਿਬ ਲੀਡਰ ਆਪੋਜੀਸ਼ਨ ਬਣਿਆ, ਇਹਨਾਂ ਨੂੰ ਪੁੱਛੋ ਤਾਂ ਸਹੀ ਤੁਹਾਡੀ ਪ੍ਰਾਪਤੀ ਕੀ ਹੈ। ਇੱਕ ਪ੍ਰਾਪਤੀ ਦੱਸ ਦੇਣ। ਸਿਰਫ ਮੀਡੀਆ ਚਾਹੁੰਦੇ ਆ, ਰੌਲਾ ਪਾਉਂਦੇ ਨੇ, ਪੰਜਾਬ ਨੂੰ ਬਦਨਾਮ ਕਰਦੇ ਨੇ, ਡੀਫੇਮ ਕਰ ਰਹੇ ਨੇ, ਹੋਰ ਇਹਨਾਂ ਦਾ ਕੋਈ ਕੰਮ ਨਹੀਂ। ਚਲੋ ਮਿਸਟਰ ਮਲਹੋਤਰਾ, ਇਹ ਜਿਹੜੇ ਇਲਜ਼ਾਮ ਲਾ ਰਹੇ ਆ ਕਾਂਗਰਸ ਵਾਲੇ ਤੁਹਾਡੇ ਤੇ, ਮੈਂ ਉਹਨਾਂ ਦਾ ਜਵਾਬ ਨਹੀਂ ਲੈ ਰਿਹਾ ਸਰ। ਪੰਜਾਬ ਵਿੱਚ ਸੁਰੱਖਿਆ ਇਸ਼ੂ ਹੈਗਾ ਮਲਹੋਤਰਾ ਸਾਹਿਬ? ਐਬਸੋਲੂਟਲੀ ਨਾਟ। ਔਰ ਅਗਰ ਸੁਰੱਖਿਆ ਦੀ ਕੋਈ ਜ਼ਿੰਮੇਵਾਰੀ ਵੀ ਹੈਗੀ ਹੈ ਤਾਂ ਉਹ ਕੇਂਦਰ ਦੀ ਹੁੰਦੀ ਹੈ। ਮਲਹੋਤਰਾ ਸਾਹਿਬ ਤੁਹਾਡੇ ਲੀਡਰ ਨੇ ਸਰ ਸ਼ਾਂਤੀ ਮਾਰਚ, ਤਿਰੰਗਾ ਯਾਤਰਾ ਕਿਉਂ ਕੱਢੀ ਸਰ ਮਲਹੋਤਰਾ ਸਾਹਿਬ? ਕੱਢੀ ਕਿਉਂਕਿ ਇਹ ਝੂਠਾ ਇਲਜ਼ਾਮ ਲਾਉਂਦੇ ਨੇ। ਪਿਛਲੀ ਵਾਰੀ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਇਹਨਾਂ ਨੇ, ਕਾਂਗਰਸ ਨੇ, ਭਾਜਪਾ ਨੇ, ਅਕਾਲੀਆਂ ਨੇ, ਕਿ ਅਸੀਂ ਪਤਾ ਨਹੀਂ ਕਿਹੜੇ ਲੋਕਾਂ ਨਾਲ ਰਲੇ ਹੋਏ ਆ। ਅਸੀਂ ਲੋਕਾਂ ਨੂੰ ਕਲੀਅਰ ਮੈਸੇਜ ਦੇਣਾ ਚਾਹੁੰਦੇ ਹਾਂ। ਫਿਰ ਮਾਰਚ ਕੱਢ ਕੇ ਮੋਗਾ ਧੁੱਲ ਗਿਆ ਸਰ, ਮੋਗਾ ਪਾਸੇ ਹੋ ਗਿਆ ਮਾਰਚ ਕੱਢ ਕੇ ਸਰ। ਅਸੀਂ ਆਪਣਾ ਜੋ ਫੀਲਿੰਗ ਵਿਅਕਤ ਕਰਨੀ ਸੀ, ਅਸੀਂ ਆਪਣਾ ਜਿਹੜਾ ਸੰਦੇਸ਼ ਦੇਣਾ ਸੀ ਸ਼ਾਂਤੀ ਦਾ, ਲੋਕਾਂ ਨੂੰ ਸ਼ਾਂਤ ਰਹਿਣ ਦਾ ਔਰ ਨਾ ਭੜਕਣ ਲੋਕ ਔਰ ਇਸ ਤਰ੍ਹਾਂ ਦੀ ਗੱਲ ਦੁਬਾਰਾ ਨਾ ਹੋਏ, ਅਸੀਂ ਉਹ ਸੰਦੇਸ਼ ਦਿੱਤਾ ਹੈ। ਔਰ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਸਰ, ਮਲਹੋਤਰਾ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਹੈ ਸੁਰੱਖਿਆ ਐਬਸੋਲੂਟਲੀ ਨੋ ਇਸ਼ੂ, ਸਰ ਮੈਨੂੰ ਲੱਗਦਾ ਤੁਹਾਡੀ ਪਾਰਟੀ ਨੂੰ ਪਸੰਦ ਨਹੀਂ ਹੋਊਗਾ ਮਲਹੋਤਰਾ ਸਾਹਿਬ। ਮੈਂ ਤੁਹਾਡੇ ਬਿਆਨ ਦਾ ਰਿਗਾਰਡ ਕਰਦਾ ਸਰ ਮਲਹੋਤਰਾ ਸਾਹਿਬ। ਸਰ ਇਹ ਸ਼ਰਾਰਤ ਜਿਹੜੀ ਹੈ, ਚੋਣਾਂ ਦੇ ਨੇੜੇ ਜਿਹੜੀ ਸ਼ਰਾਰਤ ਹੈ, ਇਹ ਬੇਈਮਾਨ ਪਾਰਟੀਆਂ ਜਿਹੜੀਆਂ ਕਰਾਂਦੀਆਂ ਹੈਗੀਆਂ, ਉਹ ਸੁਰੱਖਿਆ ਜਿਹੜੀ ਹੈ ਉਹ ਜ਼ਰੂਰ ਮੁੱਦਾ ਹੈਗਾ। ਅਦਰਵਾਈਜ਼ ਕੋਈ ਜਿਹੜਾ ਪਾਕਿਸਤਾਨ ਦਾ ਇਸ਼ੂ ਅੱਜ ਪ੍ਰਧਾਨ ਮੰਤਰੀ ਚੁੱਕ ਰਿਹਾ, ਉਹ ਕੋਈ ਇਸ਼ੂ ਨਹੀਂ ਹੈਗਾ। ਉਹ ਸਾਡੀ ਜਿਹੜੀਆਂ ਸੈਨਾਵਾਂ ਹੈਗੀਆਂ, ਉਹ ਪਾਕਿਸਤਾਨ ਨੂੰ ਕੰਟਰੋਲ ਕਰਨ 'ਚ ਸક્ષਮ ਹੈਗੀਆਂ। ਜਿਹੜਾ ਧਰਮ ਦਾ ਇਸ਼ੂ ਹੈ ਚੁੱਕ ਰਹੇ ਹੈਗੇ, ਜਿਹੜਾ ਮੰਦਿਰ ਦਾ ਇਸ਼ੂ ਹੈ ਚੁੱਕ ਰਹੇ ਹੈਗੇ, ਜਿਹੜੇ ਪਰਿਵਰਤਨ ਦਾ ਇਸ਼ੂ ਚੁੱਕ ਰਹੇ, ਉਹ ਕੋਈ ਇਸ਼ੂ ਨਹੀਂ ਹੈਗਾ। ਪੰਜਾਬ ਦਾ ਇਸ਼ੂ ਤਾਂ ਬੇਰੋਜ਼ਗਾਰੀ ਹੈ, ਪੰਜਾਬ ਦਾ ਇਸ਼ੂ ਨਸ਼ੇ ਹੈ, ਪੰਜਾਬ ਦਾ ਇਸ਼ੂ ਸਿਹਤ ਸੇਵਾਵਾਂ ਹੈ, ਪੰਜਾਬ ਦਾ ਇਸ਼ੂ ਪੈਨਸ਼ਨਾਂ ਹੈਗੀਆਂ, ਸਮਾਜਿਕ ਸੁਰੱਖਿਆ ਹੈਗੀ ਹੈ, ਭ੍ਰਸ਼ਟਾਚਾਰ ਹੈਗਾ, ਮਾਫੀਆ ਰਾਜ ਹੈਗਾ। ਇਹ ਨੇ ਪੰਜਾਬ ਦੇ ਇਸ਼ੂ। ਔਰ ਇਹਨਾਂ ਦੀ ਸਾਜ਼ਿਸ਼ ਹੈ ਸਾਰੀਆਂ ਰਿਵਾਇਤੀ ਪਾਰਟੀਆਂ ਦੀ ਕਿ ਇਹਨਾਂ ਮੁੱਦਿਆਂ ਨੂੰ ਪੰਜਾਬੀਆਂ ਤੋਂ ਭੁਲਾਇਆ ਜਾਏ। ਸਰ ਨਸ਼ੇ ਦਾ ਮੁੱਦਾ ਹੈਗਾ ਪੰਜਾਬ 'ਚ ਮਲਹੋਤਰਾ ਸਾਹਿਬ? ਹੈਗਾ, ਬਿਲਕੁਲ ਹੈਗਾ ਸਰ ਨਸ਼ਾ ਸਰਹੱਦ ਪਾਰ ਤੋਂ ਆਉਂਦਾ ਸਰ ਜਾਂ ਪੰਜਾਬ ਆਪ ਜਨਰੇਟ ਕਰੀ ਜਾਂਦਾ? I am nobody to comment on this, but ਪੰਜਾਬ 'ਚ ਨਸ਼ਾ ਹੈਗਾ ਜਿਹੜਾ ਅਕਾਲੀਆਂ ਨੇ ਪਹਿਲਾਂ ਮਲਹੋਤਰਾ ਸਾਹਿਬ ਥੋੜੀ ਦੇਰ ਲਈ ਭੁੱਲ ਜਾਓ ਸਰ, ਤੁਸੀਂ ਆਮ ਆਦਮੀ ਪਾਰਟੀ ਸਪੋਕਸਪਰਸਨ ਹੋ, ਤੁਸੀਂ ਥੋੜੀ ਦੇਰ ਲਈ ਯਾਦ ਰੱਖੋ ਤੁਸੀਂ ਸੋਲਜਰ ਹੋ। ਸਰਹੱਦ ਤੋਂ ਨਸ਼ਾ ਆਉਂਦਾ ਸਰ? ਮੈਂ ਇਸ ਤੇ ਕਮੈਂਟ ਨਹੀਂ ਕਰ ਸਕਦਾ, ਹੋ ਸਕਦਾ ਆਂਦਾ ਹੋਵੇ। ਚਲੋ
ਇਸ ਲਈ ਹੋਵੇ, ਹੋ ਸਕਦਾ ਇੱਥੇ ਹੀ ਪ੍ਰੋਡਿਊਸ ਹੁੰਦਾ ਹੋਵੇ ਸਰ। ਇਸੇ ਲਈ ਫਿਰ ਸ਼ਾਂਤੀ ਮਾਰਚ ਤੇ ਤਿਰੰਗਾ ਯਾਤਰਾ ਦੇ ਸਵਾਲ ਉੱਠਦੇ ਪਏ ਤੁਹਾਡੇ ਤੋਂ। ਤੁਸੀਂ ਚੁੱਪ ਕਰ ਜਾਂਦੇ ਇਸ ਇਸ਼ੂ ਤੇ। ਤੁਸੀਂ ਤਾਂ ਸਰ ਬੋਲ ਸਕਦੇ ਹੋ ਇਸ ਇਸ਼ੂ ਤੇ। ਹੋਰ ਕੋਈ ਸਪੋਕਸਪਰਸਨ ਹੁੰਦਾ ਮੈਂ ਮੰਨ ਜਾਂਦਾ, ਉਹਨੂੰ ਨਹੀਂ ਪਤਾ ਸਰਹੱਦਾਂ ਤੇ ਸੁਰੱਖਿਆ ਕੌਣ ਕਰਦਾ, ਕੀ ਇਸ਼ੂ ਹੈਗਾ। ਮਲਹੋਤਰਾ ਸਾਹਿਬ ਤੁਸੀਂ ਚੁੱਪ ਹੋ ਤਾਂ ਫਿਰ ਮੈਨੂੰ ਲੱਗਦਾ ਫਿਰ ਤੁਹਾਡੇ ਤੋਂ ਸਵਾਲ ਨਾ ਮੈਂ ਕਰਾਂ ਵਾਲਾ ਕੋਈ ਹੋਰ ਕਰ ਲਵਾਂ। ਆਈ ਕੁਡ ਨਾਟ ਅੰਡਰਸਟੈਂਡ ਕੀ ਤੁਸੀਂ ਚਾਹੁੰਦੇ ਕੀ ਹੋ, ਕੀ ਸਵਾਲ ਸਰ ਮੈਂ ਨਹੀਂ ਚਾਹੁੰਦਾ ਮੈਂ ਤਾਂ ਚਾਹੁੰਦਾ ਤੁਸੀਂ ਸਿਕਿਉਰਿਟੀ ਦੇ ਮੁੱਦੇ ਤੇ ਬੋਲਦੇ ਪਿਓ ਨਾ ਸਰ। ਪੰਜਾਬ 'ਚ ਇਹ ਸਿਕਿਉਰਿਟੀ ਦੇ ਮੁੱਦੇ ਸਰ, ਪੰਜਾਬ ਵਿੱਚ ਨਸ਼ਾ ਆ ਰਿਹਾ ਜਾਂ ਤੁਸੀਂ ਦੱਸ ਦਿਓ ਨਾ। ਪੰਜਾਬ ਆਪ ਜਨਰੇਟ ਕਰਦਾ ਪਿਆ, ਸਿਆਸੀ ਨੈਕਸਸ ਹੈ ਇੱਥੇ, ਸਰਹੱਦ ਪਾਰ ਤੋਂ ਕੋਈ ਨਸ਼ਾ ਨਹੀਂ ਆਉਂਦਾਗਾ। केपी जी, मेरे को कोई इन्वेस्टिगेटिंग एजेंसी या मेरे को कोई आईबी थोड़ी है या मेरे को कोई पुलिस थोड़ी है कि मैं दसा भी एग्जैक्टली कितने है। ये तीनों चीजें हो सकती हैं। पंजाब में भी प्रोड्यूस हो सकता है, दूसरे स्टेट्स तो भी आ सकता है, सरहद पारों भी आ सकता है, किधरों भी आ सकता है। लेकिन ਇਹ ਗੱਲ ਸ਼ੋਰ ਹੈ ਕਿ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਇਹਦੀ ਪੁਸ਼ਤਪਨਾਹੀ ਕੀਤੀ ਹੈ, ਉਹਨਾਂ ਨੇ ਡਰੱਗ ਲਾਅ ਨੂੰ ਬਚਾਇਆ ਹੈ। ਉਹਨਾਂ ਦੇ ਲੋਕ ਜਿਹੜੇ ਨੇ, ਉਹਨਾਂ ਦੀਆਂ ਪਾਰਟੀਆਂ ਦੇ ਲੋਕ ਜਿਹੜੇ ਨੇ ਨਸ਼ਾ ਵੇਚਦੇ ਰਹੇ ਨੇ। ਮਾਫੀ ਇਹ ਮੰਗ ਗਏ ਜੀ, ਮਾਫੀ ਇਹ ਮੰਗ ਕੇ ਗਿਆ ਮਜੀਠੀਆ ਸਾਹਿਬ ਤੋਂ। ਆ ਸੁਣ ਲਓ ਜੀ, ਉਹਦਾ ਵੀ ਜਵਾਬ ਲੈ ਮੈਂ ਤਾਂ ਕਿਹਾ ਹੀ ਨਹੀਂਗਾ ਕਿਉਂਕਿ ਤੁਸੀਂ ਐਸਟੀਐਫ ਦੀ ਰਿਪੋਰਟ ਦਬਾ ਲਈ ਸੀ। 5 ਸਾਲ ਬਾਅਦ ਉਸੇ ਐਸਟੀਐਫ ਦੀ ਰਿਪੋਰਟ ਦੇ ਬੇਸ ਤੇ ਤੁਸੀਂ ਪਰਚਾ ਕੀਤਾ ਹੈ ਨਾ, ਪਹਿਲਾਂ ਕਿਉਂ ਨਹੀਂ ਕੀਤਾ? ਮਲਹੋਤਰਾ ਸਾਹਿਬ ਤੁਹਾਡੇ ਸਵਾਲ 'ਚ ਦਮ ਹੈਗਾ ਇਹ। ਇੱਕ ਮਿੰਟ ਮਿਸਟਰ ਕੋਮਲ, ਸਵਾਲ ਤੁਹਾਡੇ ਤੇ ਵੀ ਹੈ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਮਨਫੀ ਕਰਕੇ ਸਿਰਫ 111 ਦੀ ਸਰਕਾਰ ਤੇ ਸਰ ਵੋਟਾਂ ਮੰਗ ਰਹੇ ਹੋ ਪੰਜਾਬ 'ਚੋਂ। ਕਿਉਂਕਿ ਸਰ ਸਿੱਧੂ ਸਾਹਿਬ ਪਹਿਲੀ ਕੈਬਨਿਟ ਤੋਂ ਲੜਾਈ ਲੜ ਰਹੇ ਸੀ ਕਿ ਜਿਹੜੀ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਸੀ ਉਹ ਲੋਕਾਂ ਦੀ ਉਮੀਦਾਂ ਦੇ ਹਿਸਾਬ ਨਾਲ ਨਹੀਂ ਚੱਲ ਰਹੀ ਸੀ। ਤੇ ਜਿਹੜਾ ਮਾਫੀਆ ਰਾਜ ਸੀ ਨਾ, ਕੈਪਟਨ ਸਾਹਿਬ ਆਪ ਪ੍ਰੋਟੈਕਟ ਕਰ ਰਹੇ ਸੀ। ਕੋਮਲ ਜੀ ਇੱਕ ਮਿੰਟ ਸਰ, ਸੁਣ ਲਓ ਸਵਾਲ ਸੁਣ ਲਓ। ਕੋਮਲ ਜੀ ਤੁਸੀਂ ਕਿਹਾ ਪਹਿਲੀ ਕੈਬਨਿਟ ਦੇ ਵਿੱਚੋਂ ਸਿੱਧੂ ਸਾਹਿਬ ਲੜਾਈ ਲੜਦੇ ਪਏ ਸੀ। ਜਾਂ ਤਾਂ 4.5 ਸਾਲ ਤੁਸੀਂ ਪੰਜਾਬ ਨੂੰ ਬੇਵਕੂਫ ਬਣਾਇਆ ਜਾਂ ਸਿੱਧੂ ਸਾਹਿਬ ਨੂੰ ਬੇਵਕੂਫ ਬਣਾਇਆ। ਕੋਮਲ ਗਰਨੂਰ ਜੀ। ਅੱਛਾ ਕੇਪੀ ਸਿੰਘ ਜੀ, ਜੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣਾ ਹੁੰਦਾ ਨਾ ਤੇ ਸਿੱਧੂ ਸਾਹਿਬ ਨੇ ਨਾਲ ਰਲ ਜਾਣਾ ਸੀ। ਜੇ ਉਹ ਆਵਾਜ਼ ਚੱਕਦੇ ਰਹੇ ਨਾ, ਤੁਹਾਡੇ ਪਲੇਟਫਾਰਮ ਦੇ ਵਿੱਚ ਆ ਕੇ ਹੀ ਆਵਾਜ਼ ਚੱਕਦੇ ਰਹੇ, ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਕਿ ਆਪਾਂ ਜਿਹੜਾ ਮਾਫੀਆ ਖਤਮ ਕਰਨਾ ਨਾ, ਆਪਾਂ ਸਿਰਫ ਪਾਲਿਸੀਜ਼ ਨਾਲ ਖਤਮ ਕਰ ਸਕਦੇ ਆ। ਇਹ ਜਿਹੜੇ ਦੂਜੇ ਪਾਰਟੀਆਂ ਦੇ ਨੁਮਾਇੰਦੇ ਨੇ, ਇਹ ਕਹਿੰਦੇ ਨੇ ਅਸੀਂ ਮਾਫੀਆ ਰਾਜ ਖਤਮ ਕਰਨਾ। ਕਿਵੇਂ ਕਰੋਗੇ ਕੇਪੀ ਸਿੰਘ ਜੀ? ਗੱਲਾਂ ਬਾਤਾਂ ਨਾਲ, ਇੱਕ ਦੂਜੇ ਨੂੰ ਗਾਲਾਂ ਕੱਢਣ ਨਾਲ ਮਾਫੀਆ ਤਾਂ ਖਤਮ ਹੋਣਾ ਨਹੀਂ। ਮਲਹੋਤਰਾ ਸਾਹਿਬ ਮੈਨੂੰ ਕੰਪਲੀਟ ਮਲਹੋਤਰਾ ਸਾਹਿਬ ਮੈਨੂੰ ਕੰਪਲੀਟ ਤਾਂ ਕਰ ਲੈਣ ਦਿਓ, ਮੈਂ ਤਾਂ ਤੁਹਾਡੇ ਵਿੱਚ ਬੋਲਿਆ ਨਹੀਂ। ਬੋਲੋ ਕੋਮਲ ਜੀ, ਆਪਾਂ ਟਾਈਮ ਨਾਲ ਵੇਸਟ ਕਰੀ। ਬੋਲੋ ਕੇਪੀ ਸਿੰਘ ਜੀ, ਜਿਹੜਾ ਮਾਫੀਆ ਖਤਮ ਹੋਣਾ ਹੈ ਨਾ, ਉਹ ਖਤਮ ਹੋਣਾ ਆਪਾਂ ਜੇ ਪਾਲਿਸੀ 'ਚ ਰਿਫਾਰਮ ਲੈ ਕੇ ਆਉਂਦੇ ਆ। ਸਿੱਧੂ ਸਾਹਿਬ ਕਾਂਗਰਸ ਪਾਰਟੀ ਪੰਜਾਬ ਮਾਡਲ ਲੈ ਕੇ ਆਈ ਹੈ, ਪਾਲਿਸੀਜ਼ ਲੈ ਕੇ ਆਈ ਹੈ ਕਿ ਕਿੱਦਾਂ ਆਪਾਂ ਰੈਵਨਿਊ ਜਨਰੇਟ ਕਰ ਸਕਦੇ ਹਾਂ ਪੰਜਾਬ ਦਾ। ਜਿਹੜਾ ਕੋਮਲ ਜੀ ਸਰ ਸੁਣ ਲਓ, ਤੁਹਾਡੀ ਗੱਲ ਅੱਗੇ ਵਧਾਉਂਗਾ ਸਰ। ਮੇਰੇ ਕੋਲ ਤਾਂ ਆਪਦੀ ਗੱਲ ਹੀ ਨਹੀਂ ਹੁੰਦੀ ਸਰ ਕੋਈ। ਕੋਮਲ ਜੀ ਤੁਸੀਂ ਕਿਹਾ ਮਾਫੀਆ ਰਾਜ ਪਾਲਿਸੀ ਨਾਲ ਖਤਮ ਹੋਗਾ, ਪਾਲਿਸੀ ਲੈ ਕੇ ਆਵਾਂਗੇ। ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਨਵਜੋਤ ਸਿੱਧੂ ਬੋਲਦੇ ਪਏ ਆ ਮਾਫੀਆ ਖਤਮ ਕਰਨਾ ਪੈਣਾ। ਇਹਦਾ ਪੰਜਾਬ ਹੈਗਾ ਪੰਜਾਬ 'ਚ? ਬਿਲਕੁਲ ਹੈਗਾ ਜੀ। ਚਲੋ ਖਤਮ ਕਰੋ। ਤੁਸੀਂ ਐਡਮਿਟ ਤਾਂ ਕਰਦੇ ਪਿਓ ਨਾ, ਐਡਮਿਟ ਤਾਂ ਕਰਦੇ ਪਿਓ ਨਾ, ਐਡਮਿਟ ਤਾਂ ਕਰਦੇ ਪਿਓ। ਇਹ ਕਹਿ ਰਿਹਾ ਭਾਜੀ ਜਿਹੜੇ ਲੂਪ ਹੋਲਸ ਨੇ ਨਾ, ਜਿਹਦੇ ਚ ਮਾਫੀਆ ਕੰਮ ਕਰਨ ਲੱਗ ਜਾਂਦਾ, ਅਸੀਂ ਉਹ ਲੂਪ ਹੋਲਸ ਖਤਮ ਕਰਨੇ। ਅਸੀਂ ਤਾਂ ਫਿਰ ਪਾਲਿਸੀ ਲਿਆਂਦੀ ਹੈ। ਅਸੀਂ ਤਾਂ ਤੇਲੰਗਾਨਾ ਮਾਈਨਿੰਗ ਪਾਲਿਸੀ ਦੀ ਗੱਲ ਕਰ ਰਹੇ ਹਾਂ। ਅਸੀਂ ਜਿਵੇਂ ਤਾਮਿਲਨਾਡੂ ਚ ਸ਼ਰਾਬ ਦੀ ਕਾਰਪੋਰੇਸ਼ਨ ਬਣੀ, ਅਸੀਂ ਤਾਂ ਉਹਦੀ ਗੱਲ ਕਰਦੇ। ਇਹ ਕਿਉਂ ਨਹੀਂ ਕਰਦੇ? ਇਹ ਕਰਨ ਨਾ ਨੀਤੀ ਵਰਸੀ ਨੀਤੀ ਨਾਲ ਲੜਾਈ। ਇਹ ਦੁਸ਼ਮਣਬਾਜ਼ੀ ਵਾਲੀ ਸਿਆਸਤ ਕਿਉਂ ਕਰਦੇ ਆ? ਕਿਉਂਕਿ ਇਹਨਾਂ ਕੋ ਬੇਸਿਕਲੀ ਨਾ ਇਹਨਾਂ ਕੋ ਰੋਡ ਮੈਪ ਹੈ, ਨਾ ਇਹਨਾਂ ਕੋ ਵਿਜ਼ਨ ਹੈ, ਨਾ ਇਹਨਾਂ ਕੋ ਪਾਲਿਸੀ ਹੈ, ਨਾ ਇਹਨਾਂ ਕੋ ਏਜੰਡਾ। ਇਹਨਾਂ ਦਾ ਸਿਰਫ ਕੰਮ ਹੈ ਬਲੇਮ ਕਰਨਾ। ਚਲੋ ਠੀਕ, ਇੱਕ ਮਿੰਟ ਪਲੀਜ਼। ਲੋਕੇਸ਼ ਨਾਰੰਗ ਸਾਹਿਬ, ਤੁਹਾਨੂੰ ਤਾਂ ਸਾਨੂੰ ਵੀ ਇਸ ਦੀ ਗੱਲ ਕਰਨੀ ਚਾਹੀਦੀ ਸੀ, ਤੁਹਾਨੂੰ ਵੀ ਇਸ ਦੀ ਗੱਲ ਕਰਨੀ ਚਾਹੀਦੀ ਸੀ। ਪੰਜਾਬ ਨੂੰ ਕਰਜ਼ ਮੁਕਤ ਕਿਵੇਂ ਕਰਨਾ? ਪੰਜਾਬ ਨੂੰ ਕਰਜ਼ੇ ਦੀ ਗੱਲ ਤੋਂ ਇੱਕ ਲਾਈਨ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਵਾਂਗੇ, ਨਵਾਂ ਪੰਜਾਬ ਬਣਾਵਾਂਗੇ, ਡਬਲ ਇੰਜਨ ਵਾਲੀ ਸਰਕਾਰ ਹੋਊਗੀ। ਲੋਕੇਸ਼ ਨਾਰੰਗ ਸਾਹਿਬ, ਇਹ ਡਬਲ ਇੰਜਨ ਵਾਲੀ ਸਰਕਾਰ ਹੈ ਸਰ, ਇਸ ਤੋਂ ਪਹਿਲਾਂ ਨਹੀਂ ਰਹੀ ਕਦੇ? ਕਿ ਉਦੋਂ ਛੋਟੇ ਸੀ ਤੁਸੀਂ, 23 ਸੀਟਾਂ ਸੀ, ਇਸ ਕਰਕੇ ਗੱਲ ਨਹੀਂ ਹੁੰਦੀ ਸੀ? ਲੋਕੇਸ਼ ਨਾਰੰਗ ਸਾਹਿਬ ਦੇਖੋ ਕੇਪੀ ਜੀ, ਕੱਲ ਵੀ ਸਾਡੇ ਗ੍ਰਹਿ ਮੰਤਰੀ ਜੀ ਇੱਥੇ ਕਹਿ ਕੇ ਗਏ ਸੀਗੇ ਕਿ ਨੋ ਡਾਊਟ ਅਸੀਂ ਅਕਾਲੀ ਦਲ ਦੇ ਨਾਲ ਸਰਕਾਰ ਦੇ ਵਿੱਚ ਸੀਗੇ, ਪਰ ਕੁਝ ਚੀਜ਼ਾਂ ਜੋ ਅਸੀਂ ਕਰਨਾ ਚਾਹੁੰਦੇ ਸੀ ਉਹ ਨਹੀਂ ਕਰ ਸਕੇ। ਹੁਣ ਜਿਹੜੀ ਡਬਲ ਇੰਜਨ ਦੀ ਮੋਦੀ ਜੀ ਔਰ ਸਾਡੇ ਰਾਸ਼ਟਰੀ ਅਧਿਕਸ਼ ਜੀ ਗੱਲ ਕਰਦੇ ਨੇ, ਕਿਉਂਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਇਹ ਨਹੀਂ ਹੈਗਾ ਵੀ ਉਹ ਸਟੇਟ ਦੇ ਵਿੱਚ ਆ ਕੇ ਤੁਹਾਨੂੰ ਕਹਿ ਰਹੇ ਨੇ ਕਰਕੇ ਦਿਖਾਵਾਂਗੇ, ਬਾਕੀ ਸਟੇਟਾਂ 'ਚ ਕਰਕੇ ਆਏ ਨੇ। ਗੁਜਰਾਤ ਦੇ ਵਿੱਚ 30 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਆ, ਔਰ ਬਾਕੀ ਕਈ ਐਸੇ ਸਟੇਟਸ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਿਪੀਟ ਕੀਤੀ ਆ, ਸਿਰਫ ਉਹਨਾਂ ਦੀ ਵਰਕਿੰਗ ਦੇ ਸਿਰ ਤੇ। ਔਰ ਇਹੀ ਮੋਦੀ ਜੀ ਇੱਥੇ ਆਸ਼ਵਾਸਨ ਦੇ ਕੇ ਗਏ ਨੇ ਕਿ ਤੁਸੀਂ ਸਾਡੀ ਪਾਰਟੀ ਨੂੰ, ਸਾਡੇ ਅਲਾਇੰਸ ਨੂੰ ਜਿਤਾਓ ਤਾਂ ਕਿ ਡਬਲ ਇੰਜਨ ਦੀ ਸਰਕਾਰ ਬਣੇ, ਜਿਹਦਾ ਦਿੱਲੀ ਤੋਂ ਜੋ ਫਾਇਦਾ ਦਿੱਲੀ ਸਰਕਾਰ ਦੇ ਸਕਦੀ ਹੋਵੇ। ਲੋਕੇਸ਼ ਜੀ ਇੱਕ ਸਵਾਲ ਕਰ ਲਵਾਂ, ਪੰਜਾਬ ਨੂੰ ਇੱਕ ਮਿੰਟ ਇਸੇ ਸਵਾਲ ਨਾਲ ਹੀ ਸਰ,
ਪੰਜਾਬ ਨੂੰ ਪੰਜਾਬ ਮਾਡਲ ਦੀ ਜ਼ਰੂਰਤ ਹੈ, ਗੁਜਰਾਤ ਮਾਡਲ ਦੀ ਜ਼ਰੂਰਤ ਹੈ, ਦਿੱਲੀ ਮਾਡਲ ਦੀ ਜ਼ਰੂਰਤ ਹੈ, ਜਾਂ ਮੋਦੀ ਮਾਡਲ ਦੀ ਜ਼ਰੂਰਤ ਹੈ? ਲੋਕੇਸ਼ ਜੀ। ਪੰਜਾਬ ਨੂੰ ਮੋਦੀ ਸਾਹਿਬ ਦੇ ਵਿਕਾਸ ਮਾਡਲ ਦੀ ਜ਼ਰੂਰਤ ਆ। ਚਲੋ ਪੰਜਾਬ ਨੂੰ ਜੇ ਮੈਂ ਕੋਮਲ ਜੀ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਸਰ, ਇੱਕ ਮਿੰਟ ਲਈ, ਕਿ ਜੇ ਸਿੱਧੂ ਜੀ ਦਾ ਮਾਡਲ ਇੰਨਾ ਹੀ ਅੱਛਾ ਆ ਤੇ ਸਿੱਧੂ ਜੀ ਨੂੰ ਤੁਸੀਂ ਸੀਐਮ ਦਾ ਚਿਹਰਾ ਕਿਉਂ ਨਹੀਂ ਡਿਕਲੇਅਰ ਕੀਤਾ? 4.5 ਸਾਲ ਪਹਿਲਾਂ ਉਹਨੂੰ ਬੇਵਕੂਫ ਬਣਾਉਂਦੇ ਰਹੇ, ਹੁਣ ਉਹਨਾਂ ਨੂੰ ਫਿਰ ਬੇਵਕੂਫ ਬਣਾ ਕੇ ਉਹਨਾਂ ਦਾ ਕੈਰੀਅਰ ਖਤਮ ਕਰ ਦਿੱਤਾ। ਨਹੀਂ, ਸਿੱਧੂ ਸਾਹਿਬ ਨਾਲ ਬੜਾ ਹੇਜ ਹੈ ਜੀ ਤੁਹਾਨੂੰ। ਲੋਕੇਸ਼ ਜੀ ਕੀ ਗੱਲ ਹੋ ਗਈ? ਸਿੱਧੂ ਸਾਹਿਬ ਨਹੀਂ ਬਣਾਇਆ, ਤੁਹਾਨੂੰ ਕੋਈ ਟੈਨਸ਼ਨ ਹੈ? ਗੁਰਨੂਰ ਜੀ ਕਹਿ ਰਹੇ ਨੇ ਕਿ ਉਹ ਸਿੱਧੂ ਸਾਹਿਬ ਦਾ ਮਾਡਲ ਆ, ਸਿੱਧੂ ਸਾਹਿਬ ਦਾ ਮਾਡਲ ਆ। ਜੇ ਸਿੱਧੂ ਸਾਹਿਬ ਇੰਨੇ ਕੰਪੀਟੈਂਟ ਆਦਮੀ ਉਹ ਪਾਰਟੀ ਪ੍ਰਧਾਨ ਨੇ ਜੀ, ਪਾਰਟੀ ਪ੍ਰਧਾਨ ਨੇ। ਮੈਂ ਥੋੜਾ ਬ੍ਰੇਕ ਲੈ ਲਵਾਂ ਇੱਕ ਛੋਟਾ ਜਿਹਾ, ਫਿਰ ਵਾਪਸ ਹੁੰਨੇ ਆ। ਵਾਪਸ ਆ ਕੇ ਸਵਾਲ ਇਹ ਹੋਊਗਾ ਕਿ ਫਿਰੋਜ਼ਪੁਰ ਰੈਲੀ 'ਚ ਸਾਰੀ ਰਾਜਨੀਤੀ ਫਸ ਗਈ ਹੈ, ਤੇ ਉਸ ਰੈਲੀ ਤੋਂ ਬਾਅਦ ਜੋ ਕੁਝ ਹੋਣ ਹੋਇਆ 5 ਦਿਨ ਪਹਿਲਾਂ, ਕਿ ਉਸ ਦੇ ਵਿੱਚ ਪੰਜਾਬ ਦੇ ਜਿਹੜੇ ਬਾਕੀ ਮੁੱਦੇ ਆ, ਬਹੁਤ ਵੱਡੇ ਵੱਡੇ ਮੁੱਦੇ ਆ ਪੰਜਾਬ ਦੇ, ਉਹ ਗਾਇਬ ਹੋ ਜਾਣਗੇ? ਸਵਾਲ ਇਹੀ ਹੈ। ਵਾਪਸ ਆ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਚੋਣਾਂ ਤੋਂ 5 ਦਿਨ ਪਹਿਲਾਂ ਸੁਰੱਖਿਆ ਦੇ ਮੁੱਦੇ ਤੇ ਪੰਜਾਬ 'ਚ ਕਿਹੜੀ ਪੋਲਿਟਿਕਸ ਦੀ ਐਂਟਰੀ ਹੋਈ? ਪੀਰ ਅਹਿਮਦ ਸਾਹਿਬ, ਇੱਕ ਸਵਾਲ ਤੁਹਾਡੇ ਤੋਂ ਮੈਂ ਜ਼ਰੂਰ ਪੁੱਛਣਾ ਚਾਹੁੰਦਾ। ਪੀਰ ਅਹਿਮਦ ਸਾਹਿਬ, ਸਰਹੱਦ ਪਾਰ ਤੋਂ ਪੰਜਾਬ ਵਿੱਚ ਨਸ਼ਾ ਆਉਂਦਾ? ਪੀਰ ਅਹਿਮਦ ਸਾਹਿਬ ਬਿਲਕੁਲ ਆਉਂਦਾ ਜੀ। ਕਿੰਨੇ ਸਾਲਾਂ ਤੋਂ ਆ ਰਿਹਾ ਪੀਰ ਅਹਿਮਦ ਸਾਹਿਬ? ਬੜੇ ਲੰਮੇ ਸਮੇਂ ਤੋਂ, ਕਿਉਂਕਿ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਕਿਹਾ ਸੀ ਕਿ BSF ਅਸੀਂ ਲਗਾ ਦਿੱਤੀ ਔਰ ਉਸ ਦਾ ਘੇਰਾ ਵਧਾ ਦਿੱਤਾ, ਲੇਕਿਨ ਜੋ ਜਾਂਚ ਹੋਈ ਹੁਣ ਤੱਕ ਉਹਨਾਂ ਦੇ ਉੱਪਰ ਹੀ ਦੋਸ਼ ਲੱਗਦਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਸੁਰੱਖਿਆ ਕਰਨ ਵਾਲੀਆਂ ਏਜੰਸੀਆਂ ਨੇ ਜਾਂ ਜਿਸ ਢੰਗ ਦੇ ਨਾਲ ਕਿਤੇ ਨਾ ਕਿਤੇ ਲਾਪਰਵਾਹੀ ਵਰਤੀ ਜਾਂਦੀ ਹੈ। ਪਰ ਮੇਨ ਗੱਲ ਇਹ ਆ ਕਿ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਆ ਕਿ ਇਹ ਨਸ਼ੇ ਦੇ ਉੱਪਰ ਕਾਂਗਰਸ ਸਰਕਾਰ ਨੇ 5 ਸਾਲਾਂ ਦੇ ਵਿੱਚ ਕੀ ਕੀਤਾ, ਜਾਂ ਇਸ ਤੋਂ ਪਹਿਲਾਂ BJP ਨੇ ਲਗਾਤਾਰ 2014 ਤੋਂ ਲੈ ਕੇ ਰਾਜ ਕਰਦੀ ਆ ਰਹੀ ਹੈ। ਉਹਦੀ ਜਿਹੜਾ ਇੰਟਰਨੈਸ਼ਨਲ ਬਾਰਡਰ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਕੇਂਦਰ ਸਰਕਾਰ ਦੀਆਂ, ਉਹਨਾਂ ਨੇ ਕਿਉਂ ਨਹੀਂ ਨਿਭਾਈਆਂ? ਜੋ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਪ੍ਰੌਕਸੀ ਵਾਰ ਚੱਲ ਰਹੀ ਹੈ, ਔਰ ਪ੍ਰੌਕਸਸੀ ਵਾਰ ਜਿਹੜੀ ਹੈ ਉਹ ਸਾਡੀ ਜਨਰੇਸ਼ਨ ਨੂੰ ਤਬਾਹ ਕਰ ਰਹੀ ਹੈ। ਲੇਕਿਨ ਪਾਕਿਸਤਾਨ ਤੋਂ ਪੰਜਾਬ ਨੂੰ ਕੋਈ ਖਤਰਾ ਹੈਗਾ ਪੀਰ ਅਹਿਮਦ ਸਾਹਿਬ? ਦੇਖੋ, ਖਤਰਾ ਤਾਂ ਹਰ ਵਕਤ ਹੀ ਰਹਿੰਦਾ ਹੈ ਉਹਨਾਂ ਲੋਕਾਂ ਤੋਂ ਜਿਹੜੇ ਪੰਜਾਬ ਪ੍ਰਤੀ ਭੈੜੀ ਸੋਚ ਰੱਖਦੇ ਜਾਂ ਦੇਸ਼ ਪ੍ਰਤੀ ਭੈੜੀ ਸੋਚ ਰੱਖਦੇ ਆ। ਪਰ ਇੱਥੇ ਸਾਡਾ ਗਵਾਂਢੀ ਮੁਲਕ ਜਿਹੜਾ, ਉਹਦੇ ਨਾਲ ਸਾਡੇ ਚੰਗੇ ਸੰਬੰਧ ਵੀ ਰਹਿਣੇ ਚਾਹੀਦੇ ਆ। ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਨੇ ਇਸੇ ਕਰਕੇ ਉਦੋਂ ਸਦਾ ਸਰਹੰਦ ਜਿਹੜੀ ਬੱਸ ਸਰਵਿਸ ਚਲਾਈ ਸੀ, ਔਰ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਬੜੇ ਚੰਗੇ ਕੰਮ ਕੀਤੇ ਸੀ ਜਿਹਦੇ ਨਾਲ ਸਦਭਾਵਨਾ ਬਣੀ ਸੀ। ਲੇਕਿਨ ਅੱਜ ਜਿਹੜਾ ਕੜੱਤਣ ਦਾ ਮਾਹੌਲ ਹੈ, ਉਹ ਕੜੱਤਣ ਦਾ ਮਾਹੌਲ ਖਤਮ ਹੋਣਾ ਚਾਹੀਦਾ। ਸਾਡਾ ਵਪਾਰ ਸਾਂਝਾ ਹੋਣਾ ਚਾਹੀਦਾ, ਸਾਡੀਆਂ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਕਾਂਗਰਸ ਨੇ ਵੀ ਕੋਈ ਨਹੀਂ ਕਸਰ ਛੱਡੀ। ਰਾਹੁਲ ਗਾਂਧੀ ਇੱਥੇ ਆਣ ਕੇ ਕਹਿੰਦੇ ਸੀ ਕਿ 80% ਨਸ਼ਾ ਹੁੰਦਾ, ਜੋ ਆਮ ਆਦਮੀ ਪਾਰਟੀ ਉਹਨਾਂ ਨੇ ਸਾਡੇ ਤੇ ਦੋਸ਼ ਲਾਏ, ਔਰ BJP ਨੇ ਜਿਹੜੀ ਜ਼ਿੰਮੇਵਾਰੀ ਕੇਂਦਰ ਦੇ ਵਿੱਚ ਰਹਿ ਕੇ ਨਿਭਾਉਣੀ ਸੀ, ਉਹਦੇ ਤੋਂ ਕਿਤੇ ਨਾ ਕਿਤੇ ਫੇਲ ਹੋਈ। ਚਲੋ ਮਲਹੋਤਰਾ ਸਾਹਿਬ, ਪੰਜਾਬ ਦਾ ਲਈ ਇਹ ਲਾਂਘੇ ਖੁੱਲ੍ਹਣੇ ਜ਼ਰੂਰੀ ਹੈ, ਹੁਸੈਨੀ ਵਾਲਾ ਤੇ ਅਟਾਰੀ ਵਾਹਗਾ ਬਾਰਡਰ, ਜਿਹਦਾ ਪੰਜਾਬ ਵਿੱਚ ਵਪਾਰ ਹੋ ਸਕੇ ਗੁਆਂਢੀ ਮੁਲਕ ਨਾਲ, ਤੇ ਉਸ ਤੋਂ ਇਲਾਵਾ ਬਾਕੀ ਕੰਟਰੀਜ਼ ਨਾਲ। ਤੁਹਾਨੂੰ ਤਾਂ ਉਹ ਸਾਰਾ ਸੈਂਟਰ ਏਸ਼ੀਆ ਦਾ ਰੂਟ ਵੀ ਪਤਾ ਹੋਊਗਾ ਮਲਹੋਤਰਾ ਸਾਹਿਬ। ਇਸ ਬਾਬਤ ਆਮ ਆਦਮੀ ਪਾਰਟੀ, ਮੈਂ ਸਰ ਸਵਾਲ ਤਾਂ ਸੁਣ ਰਿਹਾ ਮਲਹੋਤਰਾ ਸਾਹਿਬ, ਇਸ ਬਾਬਤ ਆਮ ਆਦਮੀ ਪਾਰਟੀ ਚੁੱਪ ਕਿਉਂ ਹੈ ਸਰ? ਬੋਲਦੀ ਕਿਉਂ ਨਹੀਂ ਪਈ? ਜੇ ਕਿਸੇ ਵੀ ਦੇਸ਼ ਨੇ ਤਰੱਕੀ ਕਰਨੀ ਹੈ ਨਾ, ਤਾਂ ਆਪਣੇ ਪੜੋਸੀ ਮੁਲਕਾਂ ਦੇ ਨਾਲ ਸ਼ਾਂਤੀ ਵਾਲੇ ਔਰ ਆਪਸੀ ਮਿਲਵਰਤਨ ਵਾਲੇ ਔਰ ਕੋਆਪਰੇਸ਼ਨ ਵਾਲੇ ਔਰ ਗਿਵ ਐਂਡ ਟੇਕ ਵਾਲੇ ਜਿਹੜੇ ਰਿਲੇਸ਼ਨ ਹੈ ਉਹ ਬਣਾਉਣੇ ਜ਼ਰੂਰੀ ਹੁੰਦੇ ਹੈ। ਸੋ ਇਟ ਇਜ਼ ਇਨ ਇੰਟਰਸਟ ਆਫ ਐਵਰੀ ਕੰਟਰੀ ਕਿ ਉਹ ਆਪਣੇ ਜਿਹੜੇ ਪੜੋਸੀ ਮੁਲਕ ਹੈ ਉਹਨਾਂ ਨਾਲ ਸ਼ਾਂਤੀਪੂਰਵਕ ਰਿਲੇਸ਼ਨ ਬਣਾ ਕੇ ਰੱਖਣ। ਸਰ ਇਹ ਤਾਂ ਭਾਸ਼ਣ ਹੈ ਨਾ ਮਲਹੋਤਰਾ ਸਾਹਿਬ, ਮੈਂ ਤਾਂ ਸਟੈਂਡ ਪੁੱਛਿਆ ਸਰ, ਭਾਸ਼ਣ ਨਹੀਂ ਪੁੱਛਿਆ ਸਰ, ਸਟੈਂਡ ਪੁੱਛਿਆ ਸਰ। ਆਮ ਆਦਮੀ ਪਾਰਟੀ ਇਸ ਮੁੱਦੇ ਤੇ ਬੋਲਦੀ ਕਿਉਂ ਨਹੀਂ ਪਈ ਸਰ ਮਲਹੋਤਰਾ ਸਾਹਿਬ, ਕਿ ਪੰਜਾਬ ਦਾ ਵਪਾਰ ਹੈ ਜਿਹੜਾ ਲਾਂਘੇ ਜ਼ਰੀਏ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਦੇਸ਼ ਨੂੰ ਹੀ ਫਾਇਦਾ ਹੋਊਗਾ, ਇਕੱਲੇ ਪੰਜਾਬ ਨੂੰ ਥੋੜੀ ਫਾਇਦਾ ਹੋਣਾ ਮਲਹੋਤਰਾ ਸਾਹਿਬ? ਸਰ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਹੈਗਾ ਕਿ ਸ਼ਾਂਤੀਪੂਰਵਕ ਅਗਰ ਰਿਲੇਸ਼ਨਸ ਹੋਣਗੇ ਤਾਂ ਸਾਰਿਆਂ ਨੂੰ ਫਾਇਦਾ ਹੋਏਗਾ, ਔਰ ਦੇਸ਼ ਦੀ ਜਿਹੜੀ એનર્ਜੀ ਹੈ ਉਹ ਦੇਸ਼ ਦੇ ਲੋਕਾਂ ਦੇ ਜ਼ਿੰਦਗੀ। ਸਰ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿੱਚ ਸ਼ਾਮਲ ਹੈ, ਇੱਕ ਮਿੰਟ ਪਲੀਜ਼ ਸਰ, ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿੱਚ ਸ਼ਾਮਲ ਹੈ ਮਲਹੋਤਰਾ ਸਾਹਿਬ ਇਹ ਲਾਈਨ? ਨਹੀਂ ਆ ਸਕੀ। We are right now not a national party, we are fighting for Punjab। ਸੋ ਪੰਜਾਬ ਦੇ ਲਈ ਅਸੀਂ ਪੰਜਾਬ ਦੇ ਮੈਨੀਫੈਸਟੋ 'ਚ ਇਹ ਨਹੀਂ ਪਾ ਸਕਦੇ ਜਦੋਂ ਨੈਸ਼ਨਲ ਸਰ ਪੰਜਾਬ ਨੂੰ ਜ਼ਰੂਰਤ ਹੈ ਸਰ, ਪੰਜਾਬ ਨੂੰ ਕਰਜ਼ ਮੁਕਤ ਹੋਣ ਲਈ ਜ਼ਰੂਰਤ ਹੈ ਸਰ ਮਲਹੋਤਰਾ ਸਾਹਿਬ, ਕਿਉਂ ਨਹੀਂ ਬੋਲਦੇ ਆਪਾਂ ਇਸ ਮੁੱਦੇ ਤੇ ਸਰ? ਲੈਟ ਮੀ ਕਮ ਟੂ ਦੈਟ। ਕਰਜ਼ ਮੁਕਤ ਹੋਣ ਲਈ ਜਿਹੜਾ ਸਰਕਾਰ ਵਿੱਚ ਭ੍ਰਿਸ਼ਟਾਚਾਰ ਹੈ, ਜਿਹੜਾ ਮਾਫੀਆ ਰਾਜ ਹੈ,
ਉਹ ਰੋਕ ਲਓ ਤੇ ਤੁਹਾਡਾ ਪੰਜਾਬ ਜਿਹੜਾ ਕਰਜ਼ ਮੁਕਤ ਹੋ ਜਾਏਗਾ। ਹੋਰ ਤੇ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ। ਅੱਛਾ, ਮੈਨੂੰ ਪਲੀਜ਼ 1 ਮਿੰਟ ਦਿਓ, ਮੈਂ ਤਿੰਨਾਂ ਪਾਰਟੀਆਂ ਦੇ ਪੁਆਇੰਟ ਦਾ ਜਵਾਬ ਦੇਣਾ ਚਾਹਨਾ ਹੈ। ਪੀਰ ਮੁਹੰਮਦ ਸਾਹਿਬ ਕਹਿੰਦੇ ਕਿ ਜੀ ਖੇਤਰੀ ਪਾਰਟੀ ਕਿ ਬਈ ਕੋਈ ਹਾਈ ਕਮਾਂਡ ਨਾ ਹੋਵੇ। ਹਾਂ, ਉਹ ਇਹਨਾਂ ਨੂੰ ਸੂਟ ਕਰਦਾ ਹੈ ਤਾਂ ਕਿ ਚਾਹੇ ਇਹ ਜਿਹਨੂੰ ਮਰਜ਼ੀ ਲੁੱਟਣ, ਜਿਹਨੂੰ ਮਰਜ਼ੀ ਕੁੱਟਣ, ਚਾਹੇ ਨਸ਼ਾ ਵੇਚਣ, ਚਾਹੇ ਮਾਫੀਆ ਰਾਜ ਚਲਾਣ, ਇਹਨਾਂ ਨੂੰ ਪੁੱਛਣ ਵਾਲਾ ਕੋਈ ਨਾ ਹੋਵੇ। ਔਰ ਕਾਂਗਰਸ ਵਾਲੇ ਕਹਿੰਦੇ एक मिनट प्लीज, एक मिनट प्लीज, बोलो कि बोलो जी, एक मिनट प्लीज, एक मिनट रुक जाओ ना, रुक जाओ, बोलन दो मल्होत्रा साहब, बोलन दो। ਮਲਹੋਤਰਾ ਸਾਹਿਬ ਨੇ ਇਸ ਇਸ਼ੂ ਤੇ ਬੋਲਣਾ, ਬਾਕੀ ਦਾ ਚੁੱਪ ਬੈਠੇ ਕਾਂਗਰਸ ਵਾਲੇ ਕਹਿੰਦੇ ਨੇ ਕਿ ਜੀ ਪਾਲਿਸੀਜ਼ ਬਣਾਉਣ ਦੀ ਲੋੜ ਹੈ, ਮਾਫੀਆ ਰਾਜ ਇੱਕ ਭ੍ਰਿਸ਼ਟਾਚਾਰ ਰੁਕੇਗਾ। ਪਾਲਿਸੀਜ਼ ਨਹੀਂ ਔਰ ਲੂਪ ਹੋਲਸ, ਸਿਰਫ ਲੂਪ ਹੋਲਸ ਨਹੀਂ, ਤੁਹਾਡੀ ਨੀਅਤ ਵਿੱਚ ਜਿਹੜੇ ਹੋਲਸ ਹੈਗੇ ਆ ਉਹਨਾਂ ਨੂੰ ਬੰਦ ਕਰਨ ਦੀ ਲੋੜ ਹੈ, ਤਾਂ ਭ੍ਰਿਸ਼ਟਾਚਾਰ ਰੁਕੇਗਾ। ਚਲੋ ਮਲਹੋਤਰਾ ਸਾਹਿਬ ਇੱਕ ਦੱਸ ਦਿਓ। ਮਲਹੋਤਰਾ ਸਾਹਿਬ ਇੱਕ ਮਿੰਟ ਸਰ ਤੁਸੀਂ ਬਹੁਤ ਲੰਬਾ ਭਾਸ਼ਣ ਦੇ ਲਿਆ। ਹੁਣ ਮਲਹੋਤਰਾ ਸਾਹਿਬ ਸਵਾਲ ਤਾਂ ਲੈ ਲਓ ਨਾ। मोदी एक मिनट सर सुन लो ना। मल्होत्रा साहब एक मिनट प्लीज सर सुन लो। मल्होत्रा साहब प्लीज सर, मल्होत्रा साहब प्लीज सर मैं पूरा मौका देता ਤੁਹਾਨੂੰ। ਮਲਹੋਤਰਾ ਸਾਹਿਬ ਮੋਦੀ ਸਾਹਿਬ ਦੇਸ਼ ਦੇ ਲਈ ਬਹੁਤ ਸੁਰੱਖਿਅਤ ਪ੍ਰਧਾਨ ਮੰਤਰੀ ਹੈ, ਦੇਸ਼ ਉਹਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਮਲਹੋਤਰਾ ਸਾਹਿਬ ਦੇਸ਼ ਜਿਹੜਾ ਹੈ ਉਸ ਨੂੰ ਕੋਈ ਵੀ ਪ੍ਰਧਾਨ ਮੰਤਰੀ ਹੈ ਉਹਦੀ ਪਹਿਲੀ ਕੋਸ਼ਿਸ਼ ਇਹੀ ਹੋਏਗੀ ਕਿ ਸੁਰੱਖਿਅਤ ਰਵੇ, ਪਰ ਇਹ ਪ੍ਰਧਾਨ ਮੰਤਰੀ ਜਿਹੜਾ ਦੇਸ਼ ਨੂੰ ਮੂਰਖ ਬਣਾਉਂਦਾ ਹੈ। ਇਸ ਕਰਕੇ ਦੇਸ਼ ਜਿਹੜਾ ਹੈ, ਦੇਸ਼ ਦਾ ਭਵਿੱਖ ਜਿਹੜਾ ਅਸੁਰੱਖਿਅਤ ਹੈ, ਦੇਸ਼ ਦੇ ਲੋਕਾਂ ਦਾ ਭਵਿੱਖ ਜਿਹੜਾ ਅਸੁਰੱਖਿਅਤ ਹੈ। ਲੋਕਾਂ ਦਾ ਜੀਵਨ ਨਹੀਂ, ਇੱਕ ਮਿੰਟ ਸਰ ਮਲਹੋਤਰਾ ਸਾਹਿਬ ਫਿਰ ਆਪਾਂ ਸਰ ਗੋਲਮੋਲ ਕਰਕੇ ਨਾ, ਮੇਰਾ ਸਵਾਲ ਨਹੀਂ ਪਸੰਦ ਸਰ, ਕੱਢ ਦੋ ਸਵਾਲ, ਕਹੋ ਤੁਹਾਨੂੰ ਸੰਵਿਧਾਨਕ ਹੱਕ ਹੈ। ਮਲਹੋਤਰਾ ਸਾਹਿਬ ਤੁਸੀਂ ਕਹੋ ਮੇਰਾ ਤੁਹਾਡਾ ਸਵਾਲ ਪਸੰਦ ਨਹੀਂ, ਮੈਂ ਤਾਂ ਜਵਾਬ ਨਹੀਂ ਦੇਣਾ, ਗੱਲ ਖਤਮ ਹੈ ਸਰ ਤੁਸੀਂ ਮਲਹੋਤਰਾ ਸਾਹਿਬ ਸੁਣ ਤਾਂ ਲਓ ਨਾ, ਸੁਣ ਤਾਂ ਲਓ ਨਾ ਸਰ, ਸੁਣ ਤਾਂ ਲਓ ਮਲਹੋਤਰਾ ਸਾਹਿਬ, ਸੁਣ ਤਾਂ ਲਓ ਨਾ ਸਰ, ਸੁਣ ਤਾਂ ਲਓ ਨਾ ਸਰ ਮਲਹੋਤਰਾ ਸਾਹਿਬ, ਸੁਣ ਤਾਂ ਲਓ ਨਾ ਸਰ। ਮਲਹੋਤਰਾ ਸਾਹਿਬ ਤੁਸੀਂ ਸੋਸ਼ਲ ਸਿਕਿਉਰਿਟੀ ਦੀ ਗੱਲ ਕੀਤੀ ਸਰ, ਮੈਨੂੰ ਬਹੁਤ ਚੰਗੀ ਲੱਗਦੀ ਹੈ ਸੋਸ਼ਲ ਸਿਕਿਉਰਿਟੀ ਦੀ ਗੱਲ ਕਰ, ਜਿਹੜੀ ਬਾਰਡਰ ਵਾਲੀ ਸਿਕਿਉਰਿਟੀ ਦੀ ਮਿਸਟਰ ਮੋਦੀ ਗੱਲ ਕਰਦੇ, ਆਮ ਆਦਮੀ ਪਾਰਟੀ ਦਾ ਸਟੈਂਡ ਕੀ ਹੈ ਸਰ? ਮਲਹੋਤਰਾ ਸਾਹਿਬ दोनों चीजें जरूरी ने, बॉर्डर सिक्योरिटी भी जरूरी है और देश के अंदर सर जरूरी सारा कुछ है। मल्होत्रा साहब मैं सवाल कर रहा मोदी साहब बॉर्डर सिक्योरिटी करने में कामयाब है या नहीं? मल्होत्रा साहब ਹੁਣ तक जिन्हें भी प्रधानमंत्री रहे ने सारे ही कामयाब रहे ने। चलो मल्होत्रा साहब ਤੁਹਾਡੀ ਲਾਈਨ ਪਤਾ ਲੱਗ ਗਈ ਸਰ। ਮल्होत्रा ਸਾਹਿਬ ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ, ਬਹੁਤ ਟਾਈਮ ਦਿੱਤਾ ਮੈਂ ਤੁਹਾਨੂੰ। ਲਕੇਸ਼ ਨਾਰੰਗ ਸਾਹਿਬ ਪੰਜਾਬ ਦੇ ਵਿੱਚ ਜੇ ਸੁਰੱਖਿਆ ਦਾ ਮੁੱਦਾ ਚੱਕਦੇ ਹੋ ਸਰ, ਤੁਸੀਂ ਚੱਕੋ। ਲਕੇਸ਼ ਨਾਰੰਗ ਸਾਹਿਬ ਕੋਈ ਇਸ਼ੂ ਨਹੀਂ ਹੈਗਾ। ਇਸ਼ੂ ਇਹ ਹੈਗਾ ਜੇ ਸੁਰੱਖਿਆ ਦਾ ਮੁੱਦਾ ਚੁੱਕਣਾ ਸਰ, ਤੇ ਪੰਜਾਬ ਦੇ ਬਾਰਡਰਸ ਦੀ ਗੱਲ ਕਿਉਂ ਨਹੀਂ ਹੋ ਰਹੀ ਕਿ ਪੰਜਾਬ ਦੇ ਲਾਂਘੇ ਖੋਲੇ ਜਾਣ ਜਿੰਨਾ ਵਪਾਰ ਵਧੇ ਜਾਂ ਨਹੀਂ ਕਰਨੀ ਸਰ? ਲਕੇਸ਼ ਨਾਰੰਗ ਸਾਹਿਬ ਦੇਖੋ, ਜਿਹੜੇ ਕਿਉਂਕਿ ਪੰਜਾਬ ਦੇ ਵਿੱਚ ਚੋਣ ਆ, ਜਿਹੜੇ ਪੰਜਾਬ ਦੇ ਨਾਲ ਜੁੜੇ ਮੁੱਦੇ ਹੋਣਗੇ ਉਹਦੇ ਤੇ ਗੱਲ ਕਰਨਾ ਭਾਰਤੀ ਜਨਤਾ ਪਾਰਟੀ ਦਾ ਫਰਜ਼ ਹੈ ਔਰ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਸਾਰੇ ਪੰਜਾਬ ਦਾ ਮੁੱਦਾ ਹੀ ਹੈ ਲਕੇਸ਼ ਨਾਰੰਗ ਸਾਹਿਬ, ਪੰਜਾਬ ਦਾ ਮੁੱਦਾ ਹੀ ਹੈ ਸਰ। ਪੰਜਾਬ ਆਰਥਿਕ ਤੌਰ ਤੇ ਬਹੁਤ ਬੁਰੇ ਹਾਲ ਹੈ। ਤੁਸੀਂ ਗੱਲ ਕਰ ਰਹੇ ਸੀ ਨਾ, ਉਹਦੇ ਲੀਡਰ ਸੀ ਲੋਕੇਸ਼ ਨਾਰੰਗ ਸਾਹਿਬ, ਲੁਧਿਆਣਾ ਵਿੱਚ ਵੀ ਤੁਹਾਡੇ ਲੀਡਰਸ ਨੇ ਬੋਲਿਆ ਪੰਜਾਬ ਉੱਤੇ ਬਹੁਤ ਕਰਜ਼ਾ। ਕਿਉਂਕਿ ਮੈਂ ਸਰ ਉੱਤੇ ਆ ਰਿਹਾ, ਜਿੱਥੇ ਤੱਕ ਹੈਗੀ ਸਿਕਿਉਰਿਟੀ ਦੀ ਗੱਲ, ਸਿਕਿਉਰਿਟੀ ਦਾ ਕਿਉਂਕਿ ਸਟੇਟ ਗਵਰਨਮੈਂਟ ਬਿਲਕੁਲ ਹੀ ਬਾਰਡਰਸ ਦੇ ਏਰੀਆ ਦੀ ਨਿਗਰਾਨੀ ਨਹੀਂ ਕਰ ਸਕਦੀ ਸੀ, ਇਸ ਲਈ BSF ਦਾ ਦਾਇਰਾ ਕੇਂਦਰ ਦੀ ਸਰਕਾਰ ਨੇ ਵਧਾਇਆ। ਜਿੱਥੇ ਤੱਕ ਹੈਗੀ ਤੁਹਾਡੀ ਵਪਾਰ ਖੋਲ੍ਹਣ ਵਾਲੀ ਗੱਲ, ਇਹ ਸਰਕਾਰ ਬਣਨ ਤੋਂ ਬਾਅਦ ਜੇ ਕੋਈ ਸ਼ਾਂਤੀ ਹੋਏਗੀ ਤੇ ਇਹਦੇ ਬਾਰੇ ਭਾਰਤੀ ਜਨਤਾ ਪਾਰਟੀ ਸਰਕਾਰ ਵਿਚਾਰ ਕਰੇਗੀ। ਨਹੀਂ ਲਕੇਸ਼ ਨਾਰੰਗ ਸਾਹਿਬ, ਜੇ ਤੁਹਾਡੀ ਸਰਕਾਰ ਬਣੀ ਤਾਂ ਹੀ ਵਿਚਾਰ ਹੋ ਸਕਦਾ, ਜੇ ਕੋਈ ਹੋਰ ਸਰਕਾਰ ਬਣੀ ਹੈ ਫਿਰ ਇਸ ਬਾਰੇ ਵਿਚਾਰ ਵੀ ਨਹੀਂ ਕੀਤਾ ਜਾ ਸਕਦਾ ਲਕੇਸ਼ ਨਾਰੰਗ ਸਾਹਿਬ, ਕਿਉਂਕਿ ਸੈਂਟਰ ਦੇ ਅਧੀਨ ਹੈ ਇਹ। ਜਿਹੜੇ ਸਟੇਟ ਦੀ ਅਸੈਂਬਲੀ ਕੋਈ ਪਾਸ ਕਰਕੇ ਭੇਜੇਗੀ, ਦੇਖੋ ਕਾਨੂੰਨ ਦਾ ਇੱਕ ਤਰੀਕਾ ਹੁੰਦਾ। ਸਟੇਟ ਦੀ ਸਰਕਾਰ ਇਹਨਾਂ ਦੀ ਸੀ ਨਾ, ਕਾਂਗਰਸ ਪਾਰਟੀ ਦੀ, ਕਿਆ ਇਹਨਾਂ ਨੇ ਅੱਜ ਤੱਕ ਕੁਝ ਪਾ ਕੇ ਭੇਜਿਆ ਉੱਥੋਂ ਅਸੈਂਬਲੀ ਦੇ ਵਿੱਚ ਪਾਸ ਕਰਕੇ ਕਿ ਸਾਡੇ ਆ ਬਾਰਡਰ ਖੋਲੇ ਜਾਣ? ਚਲੋ हाँ बोलो जी, कोमल गरनूर सिंह जी बॉर्डर से एक मिनट सर होर लेना चाहना। मैं आज राहुल गांधी जी ਦੀ ਡਿਬੇਟ ਸੁਣ ਰਿਹਾ ਸੀਗਾ ਕੁਝ ਚੈਨਲਸ ਤੇ, तो ਮੈਨੂੰ ਇਹ ਲੱਗਦਾ ਸੀਗਾ ਕਿ ਕੁਝ ਸਮੇਂ ਦੇ ਨਾਲ ਉਹਨਾਂ ਦੇ ਵਿੱਚ ਕੁਝ ਮੈਚੁਰਿਟੀ ਜਾਂ ਕੁਝ ਐਸੀ ਗੱਲ ਆਈ ਹੋਏਗੀ। ਔਰ ਮੈਂ ਦੇਖ ਰਿਹਾ ਸੀ ਭਾਸ਼ਣ ਦਿੰਦੇ ਵਿੱਚ ਉਹ ਆਪਣੀ ਜੈਕਟ ਲਾ ਦਿੰਦੇ ਨੇ, ਜੈਕਟ ਲਾ ਕੇ ਫਿਰ ਬਾਹਾਂ ਉੱਪਰ ਕਰ ਦਿੰਦੇ। ਦੇਸ਼ ਨੂੰ ਜੇ ਪਤਾ ਹੋਵੇ ਜਦੋਂ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੇ ਇਦਾਂ ਹੀ ਬਾਹਾਂ ਚੱਕ ਕੇ ਉਹ ਬਿੱਲ ਫਾੜ ਦਿੱਤਾ ਸੀਗਾ। तो कांग्रेस पार्टी ਦੇ ਵਿੱਚ ਜਿਹੜੀ ਇਹਨਾਂ ਦੀ ਸੈਂਟਰ ਦੀ ਲੀਡਰਸ਼ਿਪ ਆ, ਉਹਦਾ ਐਸਾ ਜਿਹੜਾ ਐਟੀਟਿਊਡ ਆ ਤੇ ਸਾਰੇ ਪੰਜਾਬ ਦੇ ਠੀਕ ਹਾਂ। ਕੋਮਲ ਗਰਨੂਰ ਸਿੰਘ ਕੇਪੀ ਸਿੰਘ ਜੀ, ਮੈਨੂੰ ਲੱਗਦਾ ਹੈ ਇਹਦਾ ਜਵਾਬ ਨਾ, ਇਹਦੀ ਕਲੀਅਰੈਂਸ ਪਹਿਲੇ ਨਵਜੋਤ ਸਿੰਘ ਸਿੱਧੂ ਜੀ ਆਪਣੀ ਕਾਫੀ ਪੀਸੀ ਚ ਦੇ ਚੁੱਕੇ ਨੇ ਕਿ ਲਾਂਘਾ ਖੁੱਲਣਾ ਚਾਹੀਦਾ। ਨਹੀਂ ਇੱਕ ਮਿੰਟ ਕੋਮਲ ਜੀ ਸਵਾਲ ਲੈ ਲਓ ਚੰਗੀ ਤਰ੍ਹਾਂ। ਕੋਮਲ ਜੀ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚੋਂ ਤੁਹਾਡੇ ਸਾਰੇ ਲੀਡਰਸ ਨੇ ਇਹ ਕੋਈ ਮਤਾ ਪਾ ਕੇ ਭੇਜਿਆ? ਲੋਕੇਸ਼ ਨਾਰੰਗ ਦਾ ਇੱਕ ਸਵਾਲ ਹੈ। ਦੂਜਾ ਸਵਾਲ ਮੇਰਾ ਸਰ, ਦੂਜਾ ਸਵਾਲ ਮੇਰਾ ਹੈ। ਦੂਜਾ ਸਵਾਲ ਇਹ ਹੈ ਕਿ ਤੁਸੀਂ ਭਾਸ਼ਣ ਬਹੁਤ ਦਿੰਦੇ ਪਏ ਹੋ, ਦੋ ਸਰ ਜੀ ਸਦਕੇ ਭਾਸ਼ਣ ਦੋ। ਤੁਸੀਂ ਕੋਈ ਚਿੱਠੀ ਪੱਤਰੀ ਸਰ ਕੀਤੀ ਹਜੇ ਤੱਕ ਸੈਂਟਰ ਦੇ ਨਾਲ ਕਿ ਲਾਂਘੇ ਖੁੱਲਣੇ ਚਾਹੀਦੇ ਸਰ? ਇੱਕ ਚਿੱਠੀ ਗਿਣਾ ਦਿਓ ਸਰ 5 ਸਾਲਾਂ ਦੇ ਵਿੱਚ। ਦੇਖੋ ਮੇਰੀ ਗੱਲ ਸੁਣੋ, ਚੰਨੀ ਸਾਹਿਬ ਵੀ ਗੱਲ ਕਰਕੇ ਆਏ ਨੇ,
ਉਹਨਾਂ ਨੇ ਆਪਣੀ ਪੀਸੀ 'ਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਮੈਂ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਨਾਲ ਗੱਲ ਕਰਕੇ ਆਇਆ। ਮੈਂ ਡਾਕੂਮੈਂਟਡ ਗੱਲ ਕਰ ਰਿਹਾ ਸਰ, ਡਾਕੂਮੈਂਟਡ ਗੱਲ ਕਰ ਰਿਹਾ ਸਰ। ਸਰ ਦੈਟ ਇਜ਼ ਔਨ ਦੀ ਰਿਕਾਰਡ ਓਨਲੀ, ਜਿਹੜੀ ਮੈਂ ਵੀ ਗੱਲ ਕਰ ਰਿਹਾ ਔਨ ਰਿਕਾਰਡ ਹੀ ਆ। ਮੈਂ ਜਿਹੜੀ ਗੱਲ ਕਹਿ ਰਿਹਾ ਕਿ ਇਸ ਤੋਂ ਪਹਿਲਾਂ ਕੋਮਲ ਜੀ ਕੋਈ ਚਿੱਠੀ ਪੱਤਰ ਹੋਇਆ ਸਰ? ਮੇਰਾ ਸਿੱਧਾ ਸਵਾਲ ਹੈ ਕੋਮਲ ਜੀ, ਜੇ ਨਹੀਂ ਪਤਾ ਕਹਿ ਦੋ ਨਹੀਂ ਪਤਾ, ਕੋਈ ਚੱਕਰ ਨਹੀਂ। ਭਾਜੀ ਚੰਨੀ ਸਾਹਿਬ ਲਿਖਤੀ ਤੌਰ ਤੇ ਦੇ ਕੇ ਆਏ ਨੇ ਅਮਿਤ ਸ਼ਾਹ ਜੀ ਨੂੰ, ਉਹਨਾਂ ਨੇ ਉਹਦੇ 'ਚ ਜ਼ਿਕਰ ਕੀਤਾ ਹੋਇਆ ਕਿ ਲਾਂਘਾ ਖੁੱਲਣਾ ਚਾਹੀਦਾ ਤਾਂ ਜੋ ਜਿਹੜੀ ਸਾਡੀ ਖੇਤੀ ਆ ਉਹ ਪ੍ਰਫੁੱਲਿਤ ਹੋ ਸਕੇ, ਸਾਨੂੰ ਸਹੀ ਆਮਦਨ ਮਿਲ ਸਕੇ। ਇਹ ਤਾਂ ਚੰਨੀ ਸਾਹਿਬ ਹੀ ਇਹਦਾ ਜ਼ਿਕਰ ਕਰ ਰਿਹਾ। ਸਿੱਧੂ ਸਾਹਿਬ ਤਾਂ ਜੇ ਚਿੱਠੀ ਤੁਹਾਡੇ ਕੋਲ ਹੋਈ ਕੋਮਲ ਗਰਨੂਰ ਜੀ ਚਿੱਠੀ ਹੋਈ ਨਾ ਕਿਰਪਾ ਕਰਕੇ ਸਰ ਮੈਨੂੰ ਭੇਜ ਦਿਓ, ਮੈਨੂੰ ਭੇਜ ਦਿਓ ਕੋਮਲ ਜੀ, ਮੈਂ ਇੰਤਜ਼ਾਰ ਕਰੂੰਗਾ। ਮੈਂ ਕੇਪੀ ਸਿੰਘ ਜੀ ਜਿਹੜੀ ਅਸਲੀ ਗੱਲ ਕਰ ਰਿਹਾ ਹੁਣ, ਇਹ ਜਿਹੜੇ ਬਾਕੀ ਪਾਰਟੀਆਂ ਨੇ ਇਹ ਸਿਰਫ ਇਹਨਾਂ ਨੇ ਐਲੀਗੇਸ਼ਨ, ਇਹਨਾਂ ਨੇ ਸਿਰਫ ਕੰਮ ਕਰਨਾ ਹੈ ਪੰਜਾਬ ਨੂੰ ਡੀਫੇਮ ਕਰਨ ਦਾ। ਕਦੇ ਇਹਨਾਂ ਨੇ ਕੋਈ ਮਾਡਲ ਰੱਖਿਆ ਕਿ ਅਸੀਂ ਪੰਜਾਬ ਨੂੰ ਖੜਾ ਕਿਵੇਂ ਕਰਨਾ? ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪੰਜਾਬ ਦੇ ਸਿਰ ਤੇ ਇੰਨਾ ਕਰਜ਼ਾ, ਭਾਜੀ ਕਰਜ਼ਾ ਉਤਾਰਨਾ ਕਿਵੇਂ ਹੈ? ਇਹਨਾਂ ਕੋ ਪੁੱਛੋ ਤਾਂ ਅਸੀਂ, ਇਹਨਾਂ ਕੋ ਪਾਲਿਸੀ ਕੀ ਹੈ? ਫਿਰ ਤੁਸੀਂ 5 ਸਾਲ ਦੇ ਵਿੱਚ ਪੰਜਾਬ ਨੂੰ ਅੱਗੇ ਲਿਜਾਣ ਲਈ ਕੀ ਕੰਮ ਕੀਤਾ? ਮੈਨੂੰ ਹੁਣ ਚਰਚਾ ਸਮਾਪਤ ਕਰਨੀ ਪੈਣੀ, ਮੈਨੂੰ ਚਰਚਾ ਸਮਾਪਤ ਕਰਨੀ ਪੈਣੀ ਹੈ। ਵਕਤ ਨਹੀਂ ਹੈ, ਵਕਤ ਨਹੀਂ ਹੈ, ਵਕਤ ਨਹੀਂ ਹੈ। ਬਹੁਤ ਧੰਨਵਾਦ, ਬਹੁਤ ਧੰਨਵਾਦ ਕੋਮਲ ਗਰਨੂਰ ਤੁਹਾਡਾ, ਲਕੇਸ਼ ਪਿਆਰੇ ਸਾਹਿਬ ਤੁਹਾਡਾ ਬਹੁਤ ਧੰਨਵਾਦ, ਪੀਰਮਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਮਲੋਤਰਾ ਸਾਹਿਬ ਤੁਹਾਡਾ ਬਹੁਤ ਧੰਨਵਾਦ। ਪੀਸੀਆਰ ਇਹਨਾਂ ਧੰਨਵਾਦ ਆਪਾਂ ਕਰਤਾ ਤੇ ਮੇਰਾ ਸਵਾਲ ਇਹ ਸੀਗਾ ਕਿ ਇਸ ਦੇ ਹੱਥਾਂ 'ਚ ਪੰਜਾਬ ਉਡਾਨ ਭਰੇਗਾ, ਸਵਾਲ ਇਹੀ ਹੈ। ਪਰ ਇਹਨਾਂ ਦੇ ਤਾਂ ਆਪਦੇ ਮਸਲੇ ਖੜੇ ਹੋਏ ਪਿਆ, ਮੇਰਾ ਚੋਪਰ ਨਹੀਂ ਉੱਡਦਾ ਪਿਆ, ਮੈਨੂੰ 4 ਘੰਟੇ ਰੋਕ ਲਿਆ, ਮੇਰਾ ਚੋਪਰ ਉੱਡਿਆ ਨਹੀਂ ਤੇ ਮੈਂ ਰੈਲੀ 'ਚ ਸ਼ਾਮਲ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਬਹੁਤ ਪਹਿਲਾਂ ਮੈਂ ਜਾਣਾ ਸੀ, ਉਦੋਂ ਰਾਹੁਲ ਗਾਂਧੀ ਦੀ ਵਜ੍ਹਾ ਕਰਕੇ ਮੇਰਾ ਚੋਪਰ ਨਹੀਂ ਉਡਾਨ ਭਰ ਸਕਿਆ। ਮਸਲਾ ਪੰਜਾਬ ਦੀ ਉਡਾਨ ਦਾ ਤੇ ਪੰਜਾਬ ਇਹ ਸਵਾਲ ਕਰਦਾ ਪਿਆ ਕਿ ਪੰਜਾਬ ਦੀ ਉਡਾਨ ਨੂੰ ਕਲੀਅਰੈਂਸ ਕੌਣ ਦੇਊਗਾ? 20 ਤਰੀਕ ਨੂੰ EVM ਦੇ ਵਿੱਚ ਕਲੀਅਰੈਂਸ ਦੇਣ ਵਾਲਾ ਬਟਨ ਕੌਣ ਦੱਬੂਗਾ ਤੇ 10 ਤਰੀਕ ਨੂੰ ਨਤੀਜਿਆਂ ਵਾਲਾ ਬਟਨ ਆ ਜਿਹੜਾ ਉਹ ਕੀ ਦੱਸੂਗਾ ਪੰਜਾਬ ਨੂੰ ਕਿ ਪੰਜਾਬ ਕਿਸ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਤੇ ਪੰਜਾਬ ਉਡਾਨ ਭਰ ਸਕਦਾ? ਬਹੁਤ ਧੰਨਵਾਦ।